ठीक है जी। ਅੱਜ ਆਪਾਂ ਆਸਾ ਦੀ ਵਾਰ ਜਿਹੜੀ ਉਹਦੀ ਪਹਿਲੀ ਪੌੜੀ ਕੀਤੀ ਸੀਗੀ ਆਪਾਂ ਨੇ, ਔਰ ਉਸ ਦੂਸਰੀ ਪੌੜੀ ਤੋਂ ਲੈ ਰਹੇ ਹਾਂ। ਪਹਿਲੀ ਪੌੜੀ ਦੇ ਵਿੱਚ ਜਿਹੜਾ ਹੈਗਾ ਮਹਾਰਾਜ ਨੇ ਦੱਸਿਆ ਸੀਗਾ ਬਈ ਮਾਲਕ ਪਰਮਾਤਮਾ ਨੇ ਆਪਣੇ ਆਪ ਨੂੰ ਪ੍ਰਗਟ ਕੀਤਾ ਹੈ, ਆਪਣੇ ਆਪ ਨੂੰ ਪ੍ਰਗਟ ਕੀਤਾ, ਆਪ ਹੀ ਨੇ ਆਪ ਸਾਜਿਓ, ਆਪਣੇ ਆਪ ਦੀ ਸਾਜਨਾ ਕੀਤੀ ਹੈ, ਆਪਣੇ ਆਪ ਦੀ ਮਾਲਕ ਪਰਮਾਤਮਾ ਨੇ। ਇਹ ਸਾਰੀ ਸ੍ਰਿਸ਼ਟੀ ਜਿਹੜੀ ਬਣਾ ਦਿੱਤੀ, ਦੇਖ ਲਓ ਆਪਣੇ ਵਿੱਚੋਂ ਹੀ, ਆਪਣੇ ਉਹਦੇ ਅੰਦਰ ਹੀ ਹੈਗੀ ਆ, ਔਰ ਸਾਰੀ ਦੀ ਸਾਰੀ ਰਚਨਾ ਮਾਲਕ ਨੇ ਕੀਤੀ ਆ, ਔਰ ਸ੍ਰਿਸ਼ਟੀ ਬਣਾਈ ਆ ਮਾਲਕ ਨੇ, ਕੁਦਰਤ ਜਿਹਨੂੰ ਕਹਿੰਦੇ ਆ, ਜਿਹਨੂੰ ਆਪਾਂ ਪ੍ਰਕਿਰਤੀ ਕਹਿ ਦਿੰਦੇ ਆ, ਉਹਦੇ ਵਿੱਚ ਇੰਨੇ ਜੀਵ ਬਣਾ ਦਿੱਤੇ ਮਾਲਕ ਪਰਮਾਤਮਾ ਨੇ। ਫਿਰ ਸਾਰਿਆਂ ਦਾ ਜਿਹੜਾ ਹੈਗਾ ਨਿਕਲਣ ਦਾ ਰਸਤਾ ਵੀ ਬਣਾਇਆ ਮਾਲਕ ਪਰਮਾਤਮਾ ਨੇ। ਇਹ ਖੇਡ ਜਿਹੜੀ ਹੈ ਕਾਹਦੇ ਲਈ ਬਣਾਈ ਹੈ, ਇਹ ਖੇਡ ਦਾ ਮਤਲਬ ਐਂਡ ਕੀ ਹੈਗਾ, ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਇੱਕ ਜੀਵ ਜਿਹੜਾ ਦੁਨੀਆ ਦੇ ਵਿੱਚ ਮਾਲਕ ਭੇਜਦਾ ਹੈ ਉਹਨੂੰ, ਇਹ ਖੇਡ ਦੇ ਵਿੱਚ ਇਹ ਗੋਟੀਆਂ ਜਿਹੜੀਆਂ ਕਿਵੇਂ ਪੁੱਗਦੀਆਂ ਆ, ਉਹ ਵੀ ਉਹਨੇ ਮਾਲਕ ਨੇ ਨਾਮ ਦੀ ਰਚਨਾ ਕੀਤੀ। ਅਤੇ ਹੁਣ ਉਸ ਤੋਂ ਅੱਗੇ ਜਿਹੜੇ ਹੈਗੇ ਆ ਮਹਾਰਾਜ ਗਿਆਨ ਦੇ ਰਹੇ। ਦੂਸਰੀ ਪੌੜੀ ਦੇ ਵਿੱਚ ਸ਼ਲੋਕ, ਉਸ ਤੋਂ ਪਹਿਲਾਂ ਸ਼ਲੋਕ ਲਾਏ ਆ। ਸ਼ਲੋਕ ਮਹੱਲਾ ਪਹਿਲਾ। ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ, ਸੱਚੇ ਤੇਰੇ ਲੋ ਸੱਚੇ ਆਕਾਰ। ਹੁਣ ਸਭ ਤੋਂ ਪਹਿਲਾਂ ਇੱਥੇ ਜਿਹੜਾ ਹੈਗਾ ਗੁਰਬਾਣੀ ਦੇ ਵਿੱਚ ਜਿਹੜਾ ਹੈਗਾ ਨੌਵੀਂ ਪਾਤਸ਼ਾਹੀ ਦਾ ਸ਼ਲੋਕ ਆਉਂਦਾ ਹੈ, ਜਗ ਰਚਨਾ ਸਭ ਝੂਠ ਹੈ ਜਾਣ ਲਿਓ ਹਰੇ ਮੀਤ, ਕਹਿ ਨਾਨਕ ਤਿਰ ਕਛ ਨਹੀਂ ਜਿਉਂ ਬਾਰੁਕ ਪੀਤ। ਇਸ ਤਰ੍ਹਾਂ ਸ਼ਲੋਕ ਆਉਂਦਾ ਹੈ ਨੌਵੀਂ ਪਾਤਸ਼ਾਹੀ ਦਾ। ਫਿਰ ਇੱਥੇ ਕਹਿ ਰਹੇ ਮਹਾਰਾਜ ਜਿਹੜੇ ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ। ਦੇਖੋ ਕੰਟਰਾਵਰਸੀ ਦੋਨੋਂ ਜਿਹੜੀ ਦੇਖਣ ਨੂੰ ਲੱਗਣਗੇ ਆਪਾਂ ਨੂੰ। ਝੂਠ ਰਾਜਾ ਝੂਠ ਰਾਜਾ ਕੂੜ ਪਰਜਾ, ਹਾਂ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ। ਫਿਰ ਇੱਥੇ ਉਹ ਵੀ ਆ ਜਾਂਦਾ। ਫਿਰ ਇੱਥੇ ਭੇਦ ਕੀ ਹੈਗਾ, ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ। ਭੇਦ ਇਹ ਹੈਗਾ ਕਿ ਇਹਦੇ ਵਿੱਚ ਮਾਲਕ ਪਰਮਾਤਮਾ ਹੈਗਾ, ਤਾਂ ਇਹ ਸੱਚੇ ਹੈਗੇ। ਉਸੇ ਮਾਲਕ ਪਰਮਾਤਮਾ ਦੀ ਇਹਦੇ ਵਿੱਚੋਂ ਜਿਹੜਾ ਹੈਗਾ, ਜਿਹੜੀ ਚੀਜ਼ ਦੇ ਨਾਲ ਮਾਲਕ ਪਰਮਾਤਮਾ ਨੇ, ਕਿਉਂਕਿ ਮਾਲਕ ਪਰਮਾਤਮਾ ਆਪ ਹੈਗਾ, ਉਹ ਬਿਨਸਨਹਾਰ ਨਹੀਂ, ਅਬਨਾਸੀ ਹੈਗਾ ਮਾਲਕ ਪਰਮਾਤਮਾ। ਅਤੇ ਉਹਦੀ ਜਿਹੜੀ ਹੈਗੀ, ਜਿਹਦੇ ਨਾਲ ਇਹ ਜਿਹੜੀ ਹੈਗੀ ਪ੍ਰਕਿਰਤੀ ਬਣਾਈ ਹੈ ਮਾਲਕ ਪਰਮਾਤਮਾ ਨੇ, ਆਪ ਹੀ ਹੈਗਾ ਉਹ ਕਿਵੇਂ ਝੂਠੀ ਹੋ ਸਕਦੀ ਹੈ ਭਾਈ। ਹਾਂ, ਜੋ ਆਪਾਂ ਨੂੰ ਦਿਸ ਰਿਹਾ ਆ, ਜੋ ਜਿਸ ਰੂਪ 'ਚ ਆਪਾਂ ਨੂੰ ਦਿਸ ਰਿਹਾ ਆ, ਉਹ ਜਿਹੜਾ ਹੈਗਾ ਉਹ ਸੱਚ ਨਹੀਂ ਹੈਗਾ। ਉਹਦੇ ਪਿੱਛੇ ਜਿਹੜੀ ਪਾਵਰ ਜਿਹੜੀ ਹੈ, ਜੋ ਕੁਛ ਵੀ ਉਹਦੇ ਪਿੱਛੇ ਹੈਗਾ, ਉਹ ਮਾਲਕ ਪਰਮਾਤਮਾ ਉਹ ਸੱਚ ਹੈਗਾ। ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ। ਖੰਡ ਕਹਿੰਦੇ ਆ ਸਾਰੇ ਜਿਹੜੇ ਹੈਗੇ ਆ ਟੁਕੜੇ, ਜੋ ਆਕਾਸ਼ ਦੇ ਵਿੱਚ ਕਿੰਨੇ ਦੇਖ ਲਓ ਤਾਰੇ ਸਿਤਾਰੇ ਸਾਰੇ ਨਜ਼ਰ ਆਉਂਦੇ ਆ, ਔਰ ਬ੍ਰਹਮੰਡ ਪੂਰਾ ਦਾ ਪੂਰਾ ਕਹਿੰਦੇ ਆ, ਇਹ ਸਾਰਾ ਦਾ ਸਾਰਾ ਉਹ ਮਾਲਕ ਪਰਮਾਤਮਾ ਦੇ ਵਿੱਚ ਹੀ ਹੈਗਾ। ਇਸ ਕਰਕੇ ਇਹ ਉਹਦੀ ਗੇਮ ਹੈਗੀ ਆ, ਇਹ ਸੱਚੀ ਹੈ, ਕਿਉਂਕਿ ਆਪ ਉਹ ਇਸ ਗੇਮ ਦੇ ਵਿੱਚ ਹੈਗਾ। ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ, ਸੱਚੇ ਤੇਰੇ ਲੋ ਸੱਚੇ ਆਕਾਰ। ਇਹ ਜਿੰਨੇ ਲੋਕ ਹੈਗੇ ਆ, ਜਿੱਥੇ ਲੋਕੀ ਰਹਿੰਦੇ ਆ, ਕਹਿੰਦੇ ਉਹ ਸਾਰੇ ਦੇ ਸਾਰੇ ਸੱਚੇ ਹੈਗੇ ਭਾਈ। ਸਾਰੇ ਆਕਾਰ ਸੱਚੇ ਹੈਗੇ, ਕਿਉਂਕਿ ਮਾਲਕ ਪਰਮਾਤਮਾ ਨੇ ਬਣਾਏ ਆ। ਉਹ ਹੈਗਾ ਵਿੱਚ ਉਹਨਾਂ ਦੇ ਆਕਾਰਾਂ ਦੇ ਵਿੱਚ। 14 ਲੋਕ ਜਾਹੇ ਬਸ ਕੀਨੇ ਤਾਂਤੇ ਕਹਾਂ ਪਲੇ ਹੈ, ਬਿਨ ਹਰ ਨਾਮ ਨਾ ਬਾਚਨ ਪੈ ਹੈ। ਇਹ 10ਵੀਂ ਪਾਤਸ਼ਾਹੀ ਦੇ ਸ਼ਬਦ ਹੈਗੇ, ਸ਼ਬਦ ਹਜ਼ਾਰੇ ਦੇ ਵਿੱਚ। ਸੱਚੇ ਤੇਰੇ ਲੋ ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰਬ ਵਿਚਾਰ। ਜੋ ਕੁਛ ਮਾਲਕ ਕਰ ਰਿਹਾ ਆ, ਇਹ ਜੋ ਕੁਛ ਮਾਲਕ ਨੇ ਕੀਤਾ ਆ, ਔਰ ਇਹਦੇ ਵਿੱਚ ਜਿਹੜੇ ਹੈਗੇ ਆ ਕਿੰਨੇ ਪ੍ਰੋਵੀਜ਼ਨ ਰੱਖੇ ਹੋਏ ਆ। ਦੇਖੋ ਹਰੇਕ ਜੂਨ ਹੈਗੀ, ਹਰੇਕ ਜੀਵ ਹੈਗਾ, ਔਰ ਕੁਛ ਨਾ ਕੁਛ ਉਹ ਜਿਹੜਾ ਹੈਗਾ ਉਹਨੂੰ ਮਾਲਕ ਨੇ ਜਿਹੜਾ ਹੈਗਾ ਦੁਨੀਆ ਦੇ ਵਿੱਚ ਜਿਹੜਾ ਹੈਗਾ ਕਿਸੇ ਕਾਰ ਦੇ ਵਿੱਚ ਲਾ ਕੇ ਰੱਖਿਆ ਹੋਇਆ। ਹਰੇਕ ਨੂੰ ਕਾਰ ਦੇ ਵਿੱਚ ਲਾਇਆ। ਕਿੰਨੇ ਵਿਚਾਰਾਂ ਦੇ ਵਿੱਚ ਕਿਸ ਤਰ੍ਹਾਂ ਇਨਸਾਨ ਗੁੰਮ ਹੋ ਜਾਂਦਾ ਹੈ।
ਕਿੰਨੇ ਕੁ ਪ੍ਰੋਵੀਜ਼ਨ ਹੈਗੇ ਇਨਸਾਨ ਦੇ ਕੋਲ। ਸੱਚੇ ਤੇਰੇ ਕਰਨੇ ਸਰਬ ਵਿਚਾਰ, ਸੱਚਾ ਤੇਰਾ ਅਮਰ, ਸੱਚਾ ਦੀਵਾਨ। ਔਰ ਉਹ ਮਾਲਕ ਇਹ ਸਾਰਾ ਜਿਹੜਾ ਹੈਗਾ, ਇਹ ਸਾਰੀ ਸ੍ਰਿਸ਼ਟੀ ਜਿਹੜੀ ਹੈਗੀ, ਇਸ ਦੇ ਉੱਤੇ ਜਿਹੜਾ ਹੈਗਾ ਕੰਟਰੋਲ ਕਿਹਦਾ ਹੈਗਾ? ਉਹ ਮਾਲਕ ਪਰਮਾਤਮਾ ਦਾ ਹੈਗਾ। ਉਹ ਸੱਚੇ ਦਾ ਕੰਟਰੋਲ ਹੈਗਾ, ਉਹਦਾ ਅਮਰ ਸੱਚਾ ਹੈਗਾ ਭਾਈ। ਸੱਚਾ ਦੀਵਾਨ, ਉਹਦੀ ਕਚਹਿਰੀ ਸੱਚੀ ਹੈਗੀ। ਉਹ ਮਾਲਕ ਪਰਮਾਤਮਾ ਹਮੇਸ਼ਾ ਰਹਿਣ ਵਾਲਾ ਹੈ, ਹਮੇਸ਼ਾ ਸੀਗਾ। ਸੱਚਾ ਤੇਰਾ ਹੁਕਮ, ਸੱਚਾ ਫੁਰਮਾਨ। ਉਸ ਮਾਲਕ ਪਰਮਾਤਮਾ ਦਾ ਜੋ ਵੀ ਹੁਕਮ ਹੈਗਾ, ਮਾਲਕ ਪਰਮਾਤਮਾ ਦਾ ਹਰੇਕ ਜੀਵ ਦੇ ਵਾਸਤੇ, ਉਹ ਸੱਚ ਹੈਗਾ ਭਾਈ। ਉਹ ਉਸੇ ਤਰੀਕੇ ਦੇ ਨਾਲ ਜੀਵ ਨੂੰ ਕਰਨਾ ਪਊਗਾ, ਉਸੇ ਸਲੋਟ ਦੇ ਵਿੱਚ ਹੀ ਆਪਾਂ ਨੂੰ ਘੁੰਮਣਾ ਪਊਗਾ। ਇਹ ਮਾਲਕ ਦਾ ਆਰਡਰ ਹੈਗਾ, ਫੁਰਮਾਨ ਹੈਗਾ। ਮਾਲਕ ਨੇ ਜੋ ਫੁਰਮਾ ਦਿੱਤਾ, ਜੋ ਹੁਕਮ ਨਿਕਲ ਗਿਆ, ਜੋ ਮਾਲਕ ਦੇ ਮੂੰਹ ਚੋਂ, ਜੋ ਵੀ ਮਾਲਕ ਨੇ, ਮਾਲਕ ਦਾ ਫੁਰਮਾਨ ਹੋ ਗਿਆ, ਜੋ ਮਾਲਕ ਦੀ ਇੱਛਾ ਹੋ ਗਈ, ਉਹ ਪਾਏ, ਉਹ ਸੱਚਾ ਹੈਗਾ। ਸੱਚਾ ਤੇਰਾ ਕਰਮ, ਸੱਚਾ ਨਿਸ਼ਾਨ। ਔਰ ਕਰਮ ਕਹਿੰਦੇ ਆ ਬਖਸ਼ਿਸ਼ ਨੂੰ, ਕਿਉਂਕਿ ਇੱਥੇ ਮਾਮੇ ਨੂੰ ਜਿਹੜਾ ਹੈਗਾ ਔਂਕੜ ਲੱਗੀ ਹੋਈ ਆ। ਇਹ ਕਰਮ ਹੁੰਦਾ ਹੈ। ਕਰਮ ਜਿਹੜੇ ਹੈ ਇੱਕ ਆਪਾਂ ਐਕਸ਼ਨ ਕਹਿੰਦੇ ਆ ਕਰਮ ਨੂੰ। ਉਹ ਇੱਥੇ ਕਰਮ ਖਾਸ ਮਹਾਰਾਜ ਨੇ ਔਂਕੜ ਲਗਾਈ ਹੈ ਕਿ ਮਹਾਰਾਜ ਪਰਮਾਤਮਾ ਦਾ ਜਿਹੜੀ ਬਖਸ਼ਿਸ਼ ਹੈਗੀ, ਅਤੇ ਉਹ ਔਰ ਨਿਸ਼ਾਨ ਜਿਹੜਾ ਹੈਗਾ, ਨਾਮ ਦਾ ਨਿਸ਼ਾਨ ਜਿਹੜਾ ਹੈਗਾ, ਉਹ ਵੀ ਸੱਚਾ ਹੈਗਾ, ਜੋ ਇਹ ਗੇਮ 'ਚੋਂ ਬਾਹਰ ਨਿਕਲਣ ਦਾ ਰਸਤਾ ਹੈਗਾ। ਸੱਚੇ ਤੁਧ ਆਖੈ ਲੱਖ ਕਰੋੜ। ਔਰ ਸੱਚੇ ਉਹ ਵੀ ਹੈਗੇ ਭਾਈ ਜਿਹੜੇ ਮਾਲਕ ਨੂੰ ਆਖਦੇ ਆ ਲੱਖਾਂ ਕਰੋੜਾਂ। ਉਹਦੇ ਵਿੱਚ ਜਿਹੜੇ ਵੀ ਮਾਲਕ ਨੂੰ ਜਿਹੜਾ ਹੈਗਾ, ਉਸ ਮਾਲਕ ਨੂੰ ਆਖਦੇ ਆ, ਉਹ ਵੀ ਸੱਚ ਦੇ ਨਾਲ ਭਾਈ, ਉਹ ਵੀ ਸੱਚ। ਇਸ ਝੂਠ, ਇਹ ਖੇਡ ਜਿਹੜੀ ਹੈਗੀ, ਇਹਦੇ 'ਚੋਂ ਵੱਖ ਹੋ ਜਾਂਦੇ ਆ। ਸੱਚੇ ਸਭ ਤਾਣ, ਸੱਚੇ ਸਭ ਜ਼ੋਰ। ਔਰ ਜਿੰਨਾ ਵੀ ਹੈਗਾ, ਇਹ ਸਾਰੇ ਦੇ ਸਾਰਾ ਸ੍ਰਿਸ਼ਟੀ ਜਿਹੜੀ ਹੈਗੀ, ਇਹਦੇ ਵਿੱਚ ਤਾਣ ਪਾਵਰ ਜਿਹੜੀ ਹੈਗੀ ਆ, ਉਹ ਮਾਲਕ ਪਰਮਾਤਮਾ ਦੀ ਹੈ। ਮਾਲਕ ਦੀ ਤਾਕਤ ਹੈਗੀ ਆ। ਉਸੇ ਦੇ ਤਾਣ ਦੇ ਨਾਲ, ਉਸੇ ਦੇ ਜ਼ੋਰ ਦੇ ਨਾਲ ਇਹ ਸਾਰੀ ਦੀ ਸਾਰੀ ਪ੍ਰਕਿਰਤੀ ਜਿਹੜੀ ਹੈਗੀ ਹੋਂਦ ਦੇ ਵਿੱਚ ਹੈਗੀ। ਸੱਚਾ ਸਭੇ ਤਾਣ, ਸੱਚੇ ਸਭੇ ਜ਼ੋਰ। ਸੱਚੀ ਤੇਰੀ ਸਿਫਤ, ਸੱਚੀ ਸਲਾਹ। ਉਸ ਮਾਲਕ ਪਰਮਾਤਮਾ ਦੀ ਸਿਫਤ, ਸਲਾਹ, ਭਗਤੀ, ਪ੍ਰੇਮਾ ਭਗਤੀ ਕਹਿੰਦੇ ਸੱਚੀ ਹੈਗੀ। ਸੱਚੀ ਤੇਰੀ ਸਿਫਤ, ਸੱਚੀ ਸਲਾਹ। ਕਿਉਂਕਿ ਉਸੇ ਨੂੰ ਸਲਾਉਣਾ ਬਣਦਾ ਹੈਗਾ, ਉਸੇ ਦੀ ਸਿਫਤ ਕਰਨੀ ਬਣਦੀ ਹੈ। ਬਾਕੀ ਜੋ ਜੇ ਆਕਾਰ ਦੀ ਆਪਾਂ ਕਰਾਂਗੇ ਤੇ ਆਕਾਰ ਤਾਂ ਬਿਨ ਸੰਹਾਰ ਹੈ, ਉਹਨੇ ਤਾਂ ਰਹਿਣਾ ਨਹੀਂ ਹੈ। ਜਿਸ ਆਕਾਰ ਦੀ ਕੀਤੀ ਆਪਾਂ ਨੇ, ਉਹ ਸਰੀਰ ਖਤਮ ਹੋ ਜਾਣਾ ਹੈ। ਉਹਦੇ ਅੰਦਰ ਆਤਮਾ ਜਿਹੜੀ ਹੈ, ਉਹੀ ਮਾਲਕ ਪਰਮਾਤਮਾ ਹੀ ਹੈਗਾ। ਫਿਰ ਸਿੱਧੇ ਤਰੀਕੇ ਨਾਲ ਆਪਾਂ ਕਿਉਂ ਨਾ ਮਾਲਕ ਦੇ ਨਾਲ ਜੁੜੀਏ। ਸੱਚੀ ਤੇਰੀ ਸਿਫਤ, ਸੱਚੀ ਸਲਾਹ, ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ। ਇਹ ਸਾਰੀ ਦੀ ਸਾਰੀ ਪ੍ਰਕਿਰਤੀ ਜਿਹੜੀ ਹੈ, ਕੁਦਰਤ ਜਿਹੜੀ ਹੈ, ਜੋ ਮਾਲਕ ਨੇ ਬਣਾਈ ਹੈ, ਔਰ ਉਹਦੇ ਵਿੱਚ ਹੀ ਆਪਣੇ ਅੰਦਰ ਹੀ ਉਹ ਮਾਲਕ ਹੀ ਹੈਗਾ, ਉਹ ਸੱਚੀ ਹੈਗੀ ਭਾਈ। ਜੇ ਇਹਦੇ ਵਿੱਚ ਆਪਾਂ ਮਾਲਕ ਨੂੰ ਦੇਖ ਰਹੇ ਹਾਂ, ਤੇ ਉਹ ਸੱਚੇ ਪਾਤਸ਼ਾਹ ਨੂੰ ਦੇਖ ਰਹੇ ਹਾਂ, ਉਸ ਕੰਟਰੋਲਰ ਨੂੰ ਦੇਖ ਰਹੇ ਹਾਂ। ਨਾਨਕ ਸੱਚ ਧਿਆਨ ਸੱਚ। ਕਹਿੰਦੇ ਬਸ ਉਹ ਸੱਚ ਹੈ ਪਰਮਾਤਮਾ, ਜਿਹੜੇ ਉਹਨੂੰ ਧਿਆਉਂਦੇ ਆ ਉਹ ਵੀ ਸੱਚ ਸਰੂਪ ਹੋ ਜਾਂਦੇ ਆ। ਨਾਨਕ ਸੱਚ ਧਿਆਨ ਸੱਚ। ਜੋ ਮਰ ਜਮੇ ਸੋ ਕੱਚ ਨਹੀਂ ਕੱਚ। ਔਰ ਜਿਹੜੇ ਬਸ ਆ ਗਏ ਦੁਨੀਆ ਦੇ ਵਿੱਚ, ਜੋ ਆਪਾਂ ਨੂੰ ਦੁਨੀਆ ਦੇ ਵਿੱਚ ਜਿਹੜਾ ਹੈਗੇ ਪਦਾਰਥ ਮਿਲੇ ਹੋਏ ਆ, ਜੋ ਕੁਛ ਵੀ ਆਪਾਂ ਨੂੰ ਦੁਨੀਆ ਦੇ ਰਸਕਸ ਹੈਗੇ, ਇਹਨਾਂ ਦੇ ਵਿੱਚ ਹੀ ਜਿਹੜੇ ਹੈਗੇ, ਇਹਨਾਂ ਦੇ ਵਿੱਚ ਹੀ ਗਤੀ ਕਰਕੇ ਔਰ ਆਪਣਾ ਜੀਵਨ ਜਿਹੜਾ ਹੈਗਾ, ਉਹ ਜਿਹੜਾ ਹੈਗਾ ਪੂਰਾ ਕਰ ਲੈਂਦੇ ਆ। ਕਹਿੰਦੇ ਉਹ ਤਾਂ ਪਾਏ ਫਿਰ ਜਨਮ ਮਰਨ ਦੇ ਗੇੜ 'ਚ ਲੱਗੇ ਰਹਿੰਦੇ ਆ, ਔਰ ਕੱਚ ਦੇ ਨਾਲ ਜੁੜੇ ਹੋਏ ਆ। ਕੱਚ ਤੋਂ ਕੱਚ ਉਹਨਾਂ ਦਾ ਜੀਵਨ ਜਿਹੜਾ ਹੈਗਾ, ਕੱਚ ਬਿਲਕੁਲ ਨਿਰੋਲ ਕੱਚ ਹੈਗਾ। ਜੋ ਮਰ ਜੰਮੇ ਸੋ ਕੱਚ ਨਹੀਂ ਕੱਚ। ਉਹ ਇਸੇ ਪ੍ਰਕਿਰਤੀ ਦੇ ਵਿੱਚ ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ, ਇਹਦੇ ਵਿੱਚ ਹੀ ਜਿਹੜੇ ਜੰਮਦੇ ਮਰਦੇ ਰਹਿੰਦੇ। ਮਹਲਾ ਪਹਿਲਾ। ਵੱਡੀ ਵਡਿਆਈ ਜਾਂ ਵੱਡਾ ਨਾਉ। ਕਹਿੰਦੇ ਮਾਲਕ ਜਿਹੜਾ ਹੈਗਾ,
ਉਹਦੀ ਵਡਿਆਈ ਵੱਡੀ ਹੈ, ਉਹਦੀ ਵਡਿਆਈ ਵੱਡੀ ਹੈ। ਮਾਲਕ ਦੀ ਵਡਿਆਈ ਕਰਨੀ ਸ਼ੋਭਦੀ ਹੈ ਭਾਈ। ਕਿਉਂ? ਕਿਉਂਕਿ ਉਹਦਾ ਨਾਮਣਾ ਵੱਡਾ ਹੈਗਾ ਮਾਲਕ ਪਰਮਾਤਮਾ ਦਾ। ਐਡਾ ਦੇਖੋ, ਇੰਨੀ ਪ੍ਰਕਿਰਤੀ ਨੂੰ ਬਣਾਉਣ ਵਾਲਾ, ਇੰਨੇ ਜੀਵਾਂ ਨੂੰ ਰਚਣ ਵਾਲਾ, ਇੰਨਾ ਸਾਰਾ ਕੁਝ ਕਰਨ ਵਾਲਾ ਉਹ ਮਾਲਕ ਪਰਮਾਤਮਾ ਹੈਗਾ। ਵੱਡੀ ਵਡਿਆਈ ਜਾਂ ਸੱਚ ਨਿਆਓ, ਉਸ ਮਾਲਕ ਦੀ ਵਡਿਆਈ ਕਰਨੀ ਸ਼ੋਭਦੀ ਹੈ ਭਾਈ, ਵੱਡੀ ਆ। ਕਿਉਂ? ਕਿਉਂਕਿ ਉਹਦਾ ਨਿਆਂ ਸੱਚ ਹੈਗਾ, ਉਹਦਾ ਨਿਆਂ ਸੱਚ ਹੈਗਾ। ਵੱਡੀ ਵਡਿਆਈ ਜਾਂ ਨਿਹਚਲ ਥਾਂ, ਉਹ ਮਾਲਕ ਪਰਮਾਤਮਾ ਹਮੇਸ਼ਾ ਰਹਿਣ ਵਾਲਾ ਹੈ। ਇਸ ਕਰਕੇ ਉਸ ਦੀ ਵਡਿਆਈ ਕਰਨੀ ਜਿਹੜੀ ਹੈਗੀ ਉਹ ਵੱਡੀ ਹੈ। ਵੱਡੀ ਵਡਿਆਈ ਜਾਂ ਨਿਹਚਲ ਥਾਂ। ਕਿਉਂ? ਕਿਉਂਕਿ ਉਹ ਹਮੇਸ਼ਾ ਰਹਿਣ ਵਾਲਾ ਹੈ। ਵੱਡੀ ਵਡਿਆਈ ਜਾਣੇ ਅਲਾਓ, ਉਸ ਦੀ ਵਡਿਆਈ ਵੱਡੀ ਆ। ਕਿਉਂਕਿ ਉਹ ਜਿਹੜਾ ਵੀ ਉਹਨੂੰ ਅਲਾਉਂਦਾ ਆ, ਜਿਹੜਾ ਵੀ ਉਹਦਾ ਧਿਆਨ ਸਿਮਰਨ ਕਰਦਾ ਹੈ, ਜਿਹੜਾ ਵੀ ਉਹਨੂੰ ਯਾਦ ਕਰਦਾ ਆ, ਉਹ ਵੱਡੀ ਵਡਿਆਈ ਜਾਣੇ ਅਲਾਓ। ਮਾਲਕ ਜਾਣਦਾ ਹੈ ਉਸਦੇ ਅਲਾਓ ਨੂੰ। ਇਸ ਕਰਕੇ ਮਾਲਕ ਦੀ ਵਡਿਆਈ ਕਰਨੀ ਵੱਡੀ ਹੈ। ਕਿਉਂਕਿ ਉਹ ਜਿਹੜਾ ਹਿਲਾ ਰਿਹਾ ਆ, ਉਹਨੂੰ, ਜਿਹੜਾ ਵੀ ਹਿਲਾ ਰਿਹਾ ਆ, ਉਹਨੂੰ ਜਾਣਦਾ ਆ। ਵੱਡੀ ਵਡਿਆਈ ਬੁੱਝੈ ਸਭ ਭਾਓ, ਉਹ ਮਾਲਕ ਪਰਮਾਤਮਾ ਜਿਹੜੀ ਹੈ, ਭਾਵਨਾ ਜਿਹੜੀ ਹੈਗੀ, ਸਾਰੀ ਭਾਵਨਾ ਜਿਹੜੀ ਹੈਗੀ ਬੁੱਝਦਾ ਹੈ। ਇਨਸਾਨ ਦੀ ਸਾਰੀ ਭਾਵਨਾ ਹਰੇਕ ਦੀ ਬੁੱਝਦਾ ਹੈ। ਇਸ ਕਰਕੇ ਉਹਦੀ ਵਡਿਆਈ ਵੱਡੀ ਹੈ। ਵੱਡੀ ਵਡਿਆਈ ਜਾਂ ਪੁੱਛ ਨਾ ਦਾਤ, ਇਸ ਕਰਕੇ ਉਹਦੀ ਵਡਿਆਈ ਵੱਡੀ ਹੈ ਭਾਈ, ਕਿਉਂਕਿ ਉਹ ਹਰੇਕ ਨੂੰ ਦਾਤ ਦੇ ਰਿਹਾ ਹੈ। ਜਾਂ ਪੁੱਛ ਨਾ ਦਾਤ, ਪੁੱਛ ਕੇ ਨਹੀਂ ਦਿੰਦਾ ਦਾਤ। ਵੱਡੀ ਵਡਿਆਈ ਜਾਂ ਪੁੱਛ ਨਾ ਦਾਤ, ਪੁੱਛ ਕੇ ਨਹੀਂ ਦਿੰਦਾ ਦਾਤ। ਮਾਲਕ ਪਰਮਾਤਮਾ ਹਰੇਕ ਨੂੰ ਦਾਤ ਦੇ ਰਿਹਾ ਹੈ। ਵੱਡੀ ਵਡਿਆਈ ਜਾਂ ਆਪੇ ਆਪ, ਔਰ ਉਸ ਦੀ ਵਡਿਆਈ ਵੱਡੀ ਹੈ ਕਿਉਂਕਿ ਸਾਰਾ ਕੁਛ ਉਹ ਮਾਲਕ ਪਰਮਾਤਮਾ ਆਪ ਹੀ ਆਪ ਹੈਗਾ। ਸਾਰੀ ਖੇਡ ਜਿਹੜੀ ਹੈ, ਸਾਰੀ ਰਚਨਾ ਉਹਦੇ ਅੰਦਰ ਹੀ ਹੈ, ਉਹਦੇ ਵਿੱਚੋਂ ਹੀ ਨਿਕਲੀ ਹੈ, ਉਹਦੇ ਵਿੱਚ ਹੀ ਸਮਾਈ ਹੋਈ ਹੈ, ਉਹਦੇ ਵਿੱਚ ਹੀ ਸਮਾ ਜਾਏਗੀ। ਵੱਡੀ ਵਡਿਆਈ ਜਾਂ ਆਪੇ ਆਪ, ਨਾਨਕ ਕਾਰ ਨਾ ਕਥਨੀ ਜਾਏ। ਕਹਿੰਦੇ ਜਿਹੜੀ ਹੈਗੀ ਗੱਲ, ਜਿਹੜੀ ਹੈਗੀ ਇਹ ਮਾਲਕ ਪਰਮਾਤਮਾ ਦੀ ਕਾਰ ਜਿਹੜੀ ਹੈ, ਜੋ ਮਾਲਕ ਪਰਮਾਤਮਾ ਨੇ ਸ੍ਰਿਸ਼ਟੀ ਬਣਾਈ ਹੋਈ ਆ, ਕਿੰਨਾ ਵੱਡਾ ਹੈਗਾ ਉਹ, ਇਹ ਕਥੀ ਨਹੀਂ ਜਾ ਸਕਦੀ, ਇਹ ਬੋਲ ਕੇ ਬਿਆਨ ਨਹੀਂ ਕੀਤੀ ਜਾ ਸਕਦੀ। ਨਾਨਕ ਕਾਰ, ਮਾਲਕ ਦੀ ਕਾਰ ਨਾ ਕਥਨੀ ਜਾਏ, ਕਥਨੀ ਨਹੀਂ, ਕਥ ਕੇ ਨਹੀਂ ਦੱਸੀ ਜਾ ਸਕਦੀ ਭਾਈ। ਕੀਤਾ ਕਰਨਾ ਸਰਬ ਰਜਾਏ, ਜੋ ਕੁਛ ਵੀ ਕੀਤਾ ਹੈ ਮਾਲਕ ਨੇ, ਜੋ ਕੁਛ ਕਰ ਰਿਹਾ ਹੈ ਮਾਲਕ ਪਰਮਾਤਮਾ, ਉਹ ਸਾਰਾ ਜੋ ਉਹਨੇ ਕਰਨਾ ਹੈ, ਸਾਰੀ ਉਹਦੀ ਰਜ਼ਾ ਹੈਗੀ ਭਾਈ, ਉਹਦੇ ਹੁਕਮ ਹੈਗਾ। ਕੀਤਾ ਕਰਨਾ ਸਰਬ ਰਜ਼ਾਏ, ਉਹਦੀ ਰਜ਼ਾ ਦੇ ਵਿੱਚ ਹੈਗਾ ਸਾਰਾ ਕੁਛ। ਜੋ ਕੁਛ ਵੀ ਹੋ ਰਿਹਾ ਆਊਟ ਆਫ ਜਿਹੜਾ ਹੈਗਾ, ਉਹ ਉਹਦੀ ਇੱਛਾ ਤੋਂ ਕੋਈ ਚੀਜ਼ ਨਹੀਂ ਹੋ ਸਕਦੀ। ਜੋ ਵੀ ਹੋ ਰਿਹਾ ਆ ਇੱਥੇ, ਅਣਹੋਣੀ ਨਾਮ ਦੀ ਕੋਈ ਚੀਜ਼ ਨਹੀਂ ਹੈ। ਜੋ ਹੋ ਰਿਹਾ ਹੈ ਉਹਦਾ ਪ੍ਰੋਵੀਜ਼ਨ ਹੈ, ਉਹਦੀ ਮਰਜ਼ੀ ਹੈਗੀ ਹੈ। ਮਹਲਾ ਦੂਜਾ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ। ਬਸ ਆਹ ਇੱਕ ਗੱਲ ਜੇ ਆਪਾਂ ਸਮਝ ਲਈਏ ਤੇ ਆਪਾਂ ਜਿਹੜੇ ਹੈਗੇ ਫਿਰ ਜਿਹੜੇ ਡੀਰੇਲ ਨਹੀਂ ਹੋਵਾਂਗੇ, ਫਿਰ ਹਉਮੈ ਨਹੀਂ ਕਮਾਂਗੇ ਆਪਾਂ। ਇਹ ਜਗ ਸੱਚੇ ਕੀ ਹੈ ਕੋਠੜੀ, ਉਹ ਮਾਲਕ ਪਰਮਾਤਮਾ ਦੀ ਰਹਿਣ ਦੀ ਜਗ੍ਹਾ ਆ। ਇਹ ਕੋਠੜੀ, ਇਹ ਸੰਸਾਰ, ਇਹਦੇ ਵਿੱਚ ਮਾਲਕ ਹੈਗਾ, ਉਹਦਾ ਵਾਸਾ ਹੈਗਾ ਉਸ ਮਾਲਕ ਪਰਮਾਤਮਾ ਦਾ। ਸੱਚੇ ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਵਿੱਚ ਦੇਖ ਲਓ ਬਿਲਕੁਲ ਕਲੀਅਰ ਕੱਟ ਜਿਹੜੀ ਇਹ ਬਾਣੀ ਕਹਿ ਰਹੀ ਹੈ ਭਾਈ। ਆਹੀ ਚੀਜ਼ ਜਿਹੜੀ ਹੈਗੀ ਆਪਾਂ, ਇਹ ਚੀਜ਼ ਨਹੀਂ ਆਪਾਂ ਬੁੱਝਦੇ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇੱਕ ਨਾ ਹੁਕਮੇ ਸਮਾਏ ਲਏ, ਇੱਕ ਨਾ ਹੁਕਮੇ ਕਰੇ ਵਿਨਾਸ਼। ਔਰ ਇਹ ਖੇਡ ਐਸੀ ਹੈਗੀ, ਆਪਸ਼ਨ ਖੁੱਲ੍ਹਾ ਹੈ ਮਾਲਕ ਪਰਮਾਤਮਾ ਦਾ। ਇੱਕ ਨਾ, ਕਈ ਜਿਹੜੇ ਹੈਗੇ ਆ, ਦੋ ਹੈਗੇ ਕਹਿੰਦੇ। ਇੱਕ ਜਿਹੜੇ ਹੈਗੇ ਇੱਕ ਕੈਟੇਗਰੀ ਐਸੀ ਹੈਗੀ ਜਿਹੜੀ ਕਿ ਮਾਲਕ ਦੇ ਹੁਕਮ ਦੇ ਵਿੱਚ ਹੀ, ਜੋ ਮਾਲਕ ਨੇ ਹੁਕਮ ਕਿਹਾ ਇਨਸਾਨ ਨੂੰ ਨਿਕਲਣ ਦਾ, ਜੋ ਰਸਤਾ ਦਿੱਤਾ ਹੈ, ਉਹਦੇ ਨਾਲ ਜਿਹੜਾ ਹੈਗਾ ਮਾਲਕ ਦੇ ਵਿੱਚ ਵਾਪਸ ਸਮਾਈ ਹੋ ਜਾਂਦੀ ਹੈ। ਔਰ ਇੱਕ ਜਿਹੜੇ ਹੈਗੇ ਆ, ਇੱਕ ਨਾ ਹੁਕਮੇ ਕਰੇ ਵਿਨਾਸ਼, ਇੱਕ ਜਿਹੜੇ ਆ ਆਪਣੀ ਚਾਂਸ ਜਿਹੜੇ ਹੈਗੇ ਖੋ ਦਿੰਦੇ ਆ, ਵਿਨਾਸ਼ ਹੋ ਜਾਂਦਾ ਉਹਨਾਂ ਦਾ।
ਇੱਕ ਨਾ ਹੁਕਮੇ ਸਮਾਏ ਲੈ, ਇੱਕ ਨਾ ਹੁਕਮੇ ਕਰੇ ਵਿਨਾਸ਼, ਇੱਕ ਨਾ ਭਾਣੇ ਕੱਢ ਲੈ, ਇੱਕ ਨਾ ਨੂੰ ਆਪਣੇ ਭਾਣੇ ਦੇ ਵਿੱਚ ਹੀ ਕੱਢ ਲੈਂਦਾ ਹੈ ਭਾਈ, ਇੱਕ ਨਾ ਮਾਇਆ ਵਿੱਚ ਹੀ ਨਿਵਾਸ, ਇੱਕ ਜਿਹੜੇ ਹੈਗੇ ਮਾਇਆ ਦੇ ਵਿੱਚ, ਸੰਸਾਰ ਦੇ ਵਿੱਚ, ਪ੍ਰਕਿਰਤੀ ਦੇ ਵਿੱਚ ਹੀ ਜਿਹੜਾ ਹੈਗਾ ਉਹਨਾਂ ਦਾ ਵਾਸਾ ਹੁੰਦਾ। ਇਹ ਵੀ ਆਖ ਨਾ ਜਾ ਪਈ ਜੇ ਕਿਸੇ ਆਣੇ ਰਾਸ, ਨਹੀਂ ਕਿਹਾ ਜਾ ਸਕਦਾ ਭਾਈ ਕਿਹਦੇ ਤੇ ਮਾਲਕ ਦੀ ਕਿਰਪਾ ਹੋ ਜਾਣੀ ਆ। ਆਪਾਂ ਨੂੰ ਕੀ ਪਤਾ, ਬਾਹਰੋਂ ਦੇਖ ਕੇ ਆਪਾਂ ਥੋੜ੍ਹਾ ਨਾ ਜਜਮੈਂਟ ਕਰ ਸਕਦੇ ਹਾਂ। ਇਹ ਵੀ ਆਖ ਨਾ ਜਾ ਪਈ, ਨਾ ਆਖਿਆ ਜਾ ਸਕਦਾ, ਨਾ ਜਾਪਦਾ ਹੈ ਭਾਈ, ਬੋਲ ਕੇ ਨਹੀਂ ਦੱਸਿਆ ਜਾ ਸਕਦਾ ਵੀ ਅੱਜ ਤੇ ਕਿਰਪਾ ਹੋ ਜਾਣੀ ਹੈ। ਇਹ ਵੀ ਆਖ ਨਾ ਜਾ ਪਈ, ਨਹੀਂ ਜਾਪਦਾ ਜੇ ਕਿਸੇ ਆਣੇ ਰਾਸ, ਨਾਨਕ ਗੁਰਮੁਖੇ ਜਾਣੀਏ ਜਾਂ ਕੋ ਆਪ ਕਰੇ ਪ੍ਰਗਾਸ। ਕਹਿੰਦੇ ਉਹ ਮਾਲਕ ਪਰਮਾਤਮਾ, ਉਹਦੀ ਨੇੜਤਾ ਜਿਹੜੀ ਹੈਗੀ ਗੁਰੂ ਦੇ ਰਾਹੀਂ ਪ੍ਰਾਪਤ ਹੁੰਦੀ ਹੈ। ਇਸ ਕਰਕੇ ਗੁਰਮੁਖ ਜਿਹੜਾ ਹੈਗਾ, ਬ੍ਰਹਮ ਗਿਆਨ ਜਿਹੜਾ ਹੈਗਾ, ਇਹ ਉਹਨਾਂ ਦੇ ਥਰੂ, ਮਾਲਕ ਪਰਮਾਤਮਾ ਦੀ ਜੇ ਕਿਸੇ ਨੇ ਜਿਹੜਾ ਹੈਗਾ ਮਾਲਕ ਦੇ ਬਾਰੇ ਜਿਹੜਾ ਹੈਗਾ ਸੋਝੀ ਲੈਣੀ ਹੈ, ਸੂਝ ਲੈਣੀ ਆ, ਤੇ ਭਾਈ ਉਹਨੂੰ ਜਿਹੜਾ ਹੈਗਾ ਗੁਰਮੁਖ ਸਿਸਟਮ 'ਚ ਆਉਣਾ ਪਊਗਾ। ਗੁਰੂ ਦੇ ਦੁਆਰਾ ਜਾਣਿਆ ਜਾ ਸਕਦਾ ਹੈ। ਜਿਨ੍ਹਾਂ ਨੇ ਇਹ ਖੇਡ ਕਰ ਲਈ ਆ, ਜਿਨ੍ਹਾਂ ਦੇ ਕੋਲ ਗਿਆਨ ਹੈਗਾ ਭਾਈ, ਉਹਨਾਂ ਤੋਂ ਹੀ ਲੈ ਸਕਦੇ ਹਾਂ। ਨਾਨਕ ਗੁਰਮੁਖ ਜਾਣੀਏ ਜਾਂ ਕੋ ਆਪ ਕਰੇ ਪ੍ਰਗਾਸ। ਮਾਲਕ ਨੇ ਕਿਵੇਂ ਜਿਹੜਾ ਹੈਗਾ ਉਹਨਾਂ ਨੂੰ ਦਿੱਤਾ ਹੈ, ਕਹਿੰਦੇ ਉਹਨਾਂ ਦੇ ਅੰਦਰ ਮਾਲਕ ਨੇ ਆਪ ਪ੍ਰਕਾਸ਼ ਕੀਤਾ ਹੈ। ਔਰ ਜੇ ਮਾਲਕ ਪਰਮਾਤਮਾ ਦੀ ਨੇੜਤਾ ਜਿਹੜੀ ਸੂਝ ਜਿਹੜੀ ਹੈਗੀ ਜੇ ਆਪਾਂ ਨੇ ਲੈਣੀ ਆ, ਤੇ ਇਹ ਗੁਰਮੁਖਾਂ ਕੋਲੋਂ, ਗੁਰਮੁਖ ਸਿਸਟਮ ਤੋਂ ਲਈ ਜਾ ਸਕਦੀ ਆ। ਔਰ ਇਹ ਦਾਤ ਜਿਹੜੀ ਹੈ ਮਾਲਕ ਆਪ ਦਾਤ ਦਿੰਦਾ ਆ। ਆਪਾਂ ਜਿਹੜੇ ਹੈਗੇ ਆ, ਕਈ ਹੈ ਵੀ ਆਪਾਂ ਭਗਤੀ ਦੇ ਦੁਆਰਾ ਜਿਹੜੀ ਹੈਗੀ ਆ ਇਹ ਮਾਲਕ ਪਰਮਾਤਮਾ ਦੀ ਨੇੜਤਾ ਪ੍ਰਾਪਤ ਕਰ ਲਾਂਗੇ, ਨਹੀਂ ਭਾਈ ਨਹੀਂ। ਇਹ ਮਾਲਕ ਦੀ ਜਿਹੜੀ ਹੈਗੀ ਆਪਣੀ ਬਖਸ਼ਿਸ਼ ਹੈਗੀ। ਪ੍ਰੋਬੇਬਿਲਿਟੀ ਹੋ ਸਕਦੀ ਹੈ, ਪਰ ਜਿਹੜੀ ਹੈਗੀ ਦਾਤ ਦੇਣੀ ਹੈ ਮਾਲਕ ਨੇ, ਇਹ ਪਿਓਰਲੀ ਜਿਹੜਾ ਹੈਗਾ ਉਹਦੀ ਬਖਸ਼ਿਸ਼ ਹੈ। ਨਾਨਕ ਗੁਰਮੁਖ ਜਾਣੀਏ ਜਾਂ ਕੋ ਆਪ ਕਰੇ ਪ੍ਰਗਾਸ। ਇਹ ਸ਼ਲੋਕ ਸੀਗੇ। ਹੁਣ ਜਿਹੜੀ ਹੈਗੀ ਪੌੜੀ ਜਿਹੜੀ ਹੈਗੀ ਆਪਾਂ ਨੂੰ ਇਹਦਾ ਪੂਰਾ ਭੇਤ ਦੇਗੀ। ਪੌੜੀ, ਨਾਨਕ ਜੀ ਉਪਾਇ ਕੈ ਲਿਖ ਨਾਮੈ ਧਰਮ ਬਹਾਲਿਆ। ਹੁਣ ਉੱਥੇ ਮਹਾਰਾਜ ਨੇ ਦੇਖੋ ਗੇਮ ਲਿਖਿਆ ਸੀਗਾ, ਆਪਣੇ ਆਪ ਨੂੰ ਵਿਸਤਾਰ ਕੀਤਾ। ਪਹਿਲੀ ਪੌੜੀ ਦਾ ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀਏ ਕਰ ਆਸਣ ਡਿੱਠੋ ਚਾਓ। ਨਾਮ ਦੀ ਰਚਨਾ ਕਰ ਦਿੱਤੀ ਸੀਗੀ, ਨਿਕਲਣ ਦਾ ਰਸਤਾ, ਔਰ ਇਸ ਤੋਂ ਬਾਅਦ ਜਿਹੜਾ ਹੈਗਾ ਉਹ ਇਹ ਕੁਦਰਤ ਜਿਹੜੀ ਹੈ ਇਹ ਸਾਜ ਦਿੱਤੀ, ਸਾਰੀ ਦੀ ਸਾਰੀ ਪ੍ਰਕਿਰਤੀ ਬਣਾ ਦਿੱਤੀ, ਇੰਨੇ ਜੀਵ ਬਣਾ ਦਿੱਤੇ। ਹੁਣ ਇਹ ਜਿਹੜਾ ਹੈਗਾ ਇਹਨਾਂ ਦਾ ਜਿਹੜਾ ਹੈਗਾ ਹਿਸਾਬ ਕਿਤਾਬ ਜਿਹੜਾ ਹੈਗਾ ਇਹਨਾਂ ਦੇ ਕਰਮਾਂ ਦਾ ਜਿਹੜਾ ਹੈਗਾ ਉਹਦੇ ਵਾਸਤੇ ਕਹਿੰਦੇ ਆ ਇੱਕ ਧਰਮ ਨਾਮ ਦਾ, ਧਰਮ ਸ਼ਕਤੀ ਜਿਹੜੀ ਬਹਾਲ ਦਿੱਤੀ, ਮੁਕਰਰ ਕਰ ਦਿੱਤੀ। ਨਾਨਕ ਜੀ ਉਪਾਇ ਕੇ, ਕਿਉਂਕਿ ਜੀ ਪੈਦਾ ਕੀਤੇ ਮਾਲਕ ਨੇ। ਲਿਖ ਨਾਮ ਹੈ, ਕਾਹਦੇ ਵਾਸਤੇ ਕਹਿੰਦੇ ਧਰਮ ਨੂੰ ਬਿਠਾਇਆ, ਕਹਿੰਦੇ ਭਾਈ ਉਹਨਾਂ ਦਾ ਜਿਹੜਾ ਹੈਗਾ ਉਹਨਾਂ ਦਾ ਜਿਹੜਾ ਹੈਗਾ ਜਿੰਨੀ ਦੇਰ ਉਹ ਦੁਨੀਆ ਦੇ ਵਿੱਚ ਰਹੇ ਆ, ਉਹ ਹਿਸਾਬ ਕਿਤਾਬ ਜਿਹੜਾ ਹੈਗਾ ਉਹਦੇ ਵਾਸਤੇ, ਬਈ ਖਾਤੇ ਦੇ ਵਾਸਤੇ ਉਹਨਾਂ ਦਾ ਨਾਮ ਹੈ। ਨਾਮੇ ਦਾ ਕੀ ਮਤਲਬ ਆ? ਨਾਮੇ ਦਾ ਮਤਲਬ ਆ ਵੀ ਹੁਣ ਇੱਕ ਬਈ ਖਾਤਾ ਹੈ, ਉਹਦੇ ਵਿੱਚ ਨਾਮ ਹੈਗੇ, ਸਰਦਾਰਾ ਸਿੰਘ ਫਲਾਨਾ, ਉਹਦਾ ਅਕਾਊਂਟ ਆ ਜਾਏਗਾ ਪੂਰਾ। ਉਹ ਲਿਖਣ ਵਾਸਤੇ ਉਹਨਾਂ ਦੇ ਕਰਮ ਜਿਹੜੇ ਹੈਗੇ ਜੋ ਉਹਨਾਂ ਨੇ ਕੀਤਾ ਹੈ ਦੁਨੀਆ ਦੇ ਵਿੱਚ, ਉਹਦੇ ਵਾਸਤੇ ਜਿਹੜਾ ਹੈਗਾ ਧਰਮ ਨੂੰ ਬਿਠਾਲ ਦਿੱਤਾ, ਧਰਮ ਰਾਜ ਨੂੰ ਬਿਠਾਲ ਦਿੱਤਾ। ਧਰਮ ਦੇ ਮੋਮੇ ਨੂੰ ਔਂਕੜ ਲੱਗੀ ਹੋਈ ਹੈ। ਬਿਲਕੁਲ ਸਿਸਟੇਮੈਟਿਕ ਗੇਮ ਹੈਗੀ ਆ, ਸਿਸਟੇਮੈਟਿਕ ਹੈਗੀ ਸਾਰੀ ਦੀ ਸਾਰੀ ਖੇਡ। ਨਾਨਕ ਜੀ ਉਪਾਇ ਕੈ ਲਿਖੇ ਨਾਮ ਹੈ, ਕਾਹਦੇ ਵਾਸਤੇ? ਉਹਨਾਂ ਦਾ ਖਾਤਾ ਲਿਖਣ ਵਾਸਤੇ, ਉਸ ਨਾਮ ਦਾ ਖਾਤਾ ਲਿਖਣ ਵਾਸਤੇ, ਉਸ ਜੀ ਦਾ ਖਾਤਾ ਲਿਖਣ ਵਾਸਤੇ। ਨਾਨਕ ਜੀ ਉਪਾਇ ਕੈ ਲਿਖ ਨਾਮ ਹੈ ਧਰਮ ਬਹਾਲਿਆ। ਉੱਥੇ ਸੱਚੇ ਹੀ ਸੱਚੇ ਨਿਬੜੈ, ਚੁਣੇ ਵਕ ਕੱਢੇ ਜਜ ਮਾਲਿਆ। ਉੱਥੇ ਸੱਚੇ ਹੀ ਸੱਚੇ ਨਿਬੜਿਆ, ਕਹਿੰਦੇ ਉੱਥੇ ਜਿਹੜੇ ਹੈਗੇ ਸੱਚੇ ਜਿਹੜੇ ਹੋ ਜਾਂਦੇ ਆ, ਉਹਨਾਂ ਦਾ ਖਾਤਾ ਨਿਬੜ ਜਾਂਦਾ ਹੈ, ਉਹਨਾਂ ਦਾ ਖਾਤਾ ਨਿਬੜ ਜਾਂਦਾ ਹੈ, ਉਹਨਾਂ ਦਾ ਬਈ ਖਾਤੇ 'ਚੋਂ ਨਾਮ ਹਟ ਜਾਂਦਾ ਹੈ।
ਸੱਚੇ ਹੀ ਕਿਵੇਂ ਨਿਬੜੇ? ਸੱਚੇ ਨਿਬੜੇ, ਸੱਚ ਦੇ ਦੁਆਰਾ ਜਿਹੜੇ ਨਿਬੜਦੇ ਆ ਉਹਨਾਂ ਦਾ। ਉੱਥੇ ਸੱਚੇ ਹੀ ਸੱਚ ਨਿਬੜੇ। ਸੱਚ ਕੀ ਆ? ਸੱਚ ਹੈਗਾ ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾਉ। ਉਹਨਾਂ ਦਾ ਖਾਤਾ ਜਿਹੜਾ ਹੈਗਾ, ਜਿਹੜੇ ਸੱਚ ਦੇ ਨਾਲ ਰੱਤੇ ਜਾਂਦੇ ਆ, ਉਹਨਾਂ ਦਾ ਖਾਤਾ ਨਿਬੜ ਜਾਂਦਾ। ਬਾਕੀ ਜਿਹੜੇ ਹੈਗੇ ਚੁਣੇ ਵੱਖ ਕੱਢੇ ਜਜਮਾਲਿਆ। ਜਜਮਾਲਿਆ ਕਹਿੰਦੇ ਬਾਕੀ ਮਾੜੇ ਕੰਮ ਕਰਨ ਵਾਲੇ ਜਿਹੜੇ ਹੈਗੇ ਉਹ ਚੁਣ ਕੇ ਜਿਹੜੇ ਹੈਗੇ ਵੱਖ ਕੱਢ ਦਿੰਦੇ ਆ ਜੂਨਾਂ ਦੇ ਵਿੱਚ। ਥਾਉ ਨਾ ਪਾਇਨ ਕੂੜਿਆਰ, ਮੂੰਹ ਕਾਲੇ ਦੋਜ਼ਖ ਚਾਲਿਆ। ਆ ਲਓ, ਦੇਖ ਲਓ ਭਾਈ, ਜਜਮਾਲਿਆ ਜਿਹੜੇ ਕੂੜ ਦੇ ਨਾਲ ਲੱਗੇ ਹੋਏ ਸੀਗੇ, ਕਹਿੰਦੇ ਉਹਨਾਂ ਨੂੰ ਨਹੀਂ ਉਹ ਵੱਖ ਕੱਢੇ ਜਾਂਦੇ ਪਾਏ, ਉਹਨਾਂ ਦਾ ਖਾਤਾ ਨਹੀਂ ਨਿਬੜਦਾ। ਨਿਬੜਨਾ ਕੀ ਆ ਬਈ? ਤੇਰਾ ਚੁਕਤਾ ਹੋ ਗਿਆ, ਅੱਜ ਤੋਂ ਬਾਅਦ ਤੇਰਾ ਹਿਸਾਬ ਕਿਤਾਬ ਨਹੀਂ ਹੈ ਮੇਰੇ ਨਾਲ। ਥਾਉ ਨਾ ਪਾਇਨ ਕੂੜਿਆਰ, ਮੂੰਹ ਕਾਲੇ ਦੋਜ਼ਖ ਚਾਲਿਆ। ਕਹਿੰਦੇ ਮੂੰਹ ਕਾਲੇ ਉਹਨਾਂ ਦੇ ਕਾਰਨ ਸ਼ਰੀਰ ਹੈਗਾ ਉਹਨਾਂ ਦਾ। ਉਹਨਾਂ ਨੇ ਜਿਹੜੇ ਹੈਗੇ ਆ ਨਹੀਂ ਜਿਹੜਾ ਹੈਗਾ ਇਹ ਧਿਆਨ ਸਿਮਰਨ ਵਾਲਾ ਨਾਮ ਵਾਲਾ ਜਿਹੜਾ ਹੈ ਇਸ ਰਸਤੇ ਤੇ ਨਹੀਂ ਗਏ। ਥਾਉ ਨਾ ਪਾਇਨ, ਉਹਨਾਂ ਨੂੰ ਨਈ ਜਗ੍ਹਾ ਮਿਲੇਗੀ ਭਾਈ ਉੱਥੇ। ਉਹ ਇਸ ਖੇਡ ਚੋਂ ਬਾਹਰ ਨਹੀਂ ਆ ਸਕਦੇ। ਦੋਜ਼ਖ ਚਾਲਿਆ, ਉਹ ਦੋਜ਼ਖ ਕਹਿੰਦੇ ਆ ਨਰਕ ਹੈਗੇ ਜੂਨਾ, 84 ਲੱਖ ਜੂਨਾ ਹੈਗੀਆਂ ਭਾਈ। ਥਾਉ ਨਾ ਪਾਇਨ ਕੂੜਿਆਰ, ਕਿਉਂਕਿ ਕੂੜਿਆਰ ਆ, ਕੂੜ ਦੇ ਨਾਲ ਅੱਗੇ ਚੁਆਇਸ ਆ ਉਹਨਾਂ ਦੀ। ਮੂੰਹ ਕਾਲੇ, ਫਿਰ ਜਿਹੜੇ ਹੈਗੇ ਉਹ ਕਾਲ ਗਿਆ ਭਾਈ, ਕਾਰਨ ਸ਼ਰੀਰ ਹੈਗਾ। ਦੋਜ਼ਖ ਚਾਲਿਆ, ਤੇਰੇ ਨਾਏ ਰਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲਿਆ। ਜਿਹੜੇ ਨਾਮ ਦੇ ਨਾਲ ਰੱਤੇ ਹੋਏ ਸੀਗੇ, ਜਿਨ੍ਹਾਂ ਨੇ ਨਾਮ ਦੀ ਚੁਆਇਸ, ਸੱਚ ਦੀ ਚੁਆਇਸ ਕੀਤੀ, ਉੱਥੇ ਸੱਚੇ ਹੀ ਸੱਚ ਨਿਬੜੇ, ਚੁਣ ਵੱਖ ਕੱਢੇ ਜਜਮਾਲਿਆ। ਸੱਚ ਦੇ ਨਾਲ ਲੱਗੇ ਸੀ, ਉਹ ਨਿਬੜ ਗਏ, ਖਾਤਾ ਉਹਨਾਂ ਦਾ, ਉਹ ਜਿੱਤ ਗਏ। ਤੇਰੇ ਨਾਏ ਰਤੇ ਸੇ ਜਿਣ ਗਏ, ਉੱਥੇ ਲਿਖਿਆ ਉੱਥੇ ਸੱਚੇ ਹੀ ਸੱਚ ਨਿਬੜੇ, ਸੇਮ ਦੀ ਸੇਮ ਚੀਜ਼ ਇੱਥੇ ਹੈ। ਤੇਰੇ ਨਾਏ ਰਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲਿਆ। ਬਾਕੀ ਜਿਹੜੇ ਠੱਗੇ ਗਏ ਪਾਏ ਉਹ ਹਾਰ ਗਏ। ਦੂਜਿਆਂ ਨੂੰ ਠੱਗੀ ਮਾਰਦੇ, ਆਪ ਹੀ ਠੱਗੇ ਗਏ। ਤੇਰੇ ਨਾਏ ਰਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲਿਆ। ਲਿਖ ਨਾਮ ਹੈ ਧਰਮ ਬਹਾਲਿਆ। ਹੁਣ ਧਰਮਰਾਜ ਨੂੰ ਕੱਲ੍ਹ ਹੀ ਬਿਠਾਇਆ ਭਾਈ, ਇਹ ਬਈ ਖਾਤੇ ਵਾਸਤੇ ਉਹਨੂੰ ਧਰਮਰਾਜ ਨੂੰ ਬਿਠਾਇਆ ਲਿਖਣ ਵਾਸਤੇ ਅਕਾਊਂਟ ਸਾਰਿਆਂ ਦਾ। ਤੀਸਰੀ ਜਿਹੜੀ ਹੈਗੀ ਪੌੜੀ, ਉਸ ਤੋਂ ਪਹਿਲਾਂ ਸ਼ਲੋਕ ਮਹਲਾ ਪਹਿਲਾ। ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੇਦ। ਕਹਿੰਦੇ ਭਾਈ ਬਿਆਨ ਤੋਂ ਬਾਹਰ ਹੈਗਾ ਇਹ ਦੁਨੀਆ। ਜੋ ਪ੍ਰਕਿਰਤੀ ਬਣਾਈ ਹੈ ਮਾਲਕ ਨੇ, ਐਸੀ ਰੰਗ ਬਿਰੰਗੀ ਪ੍ਰਕਿਰਤੀ ਬਣਾਈ ਹੋਈ ਆ, ਕਹਿੰਦੇ ਇਹਦਾ ਤਾਂ ਜਿਹੜਾ ਹੈਗਾ ਆਸ਼ਚर्य, ਕਹਿੰਦੇ ਬਸ ਦੇਖ ਕੇ ਹੈਰਾਨੀ ਹੋ ਰਹੀ ਹੈ। ਇਹ ਰੰਗ ਬਿਰੰਗੀ ਦੁਨੀਆ, ਵਿਸਮਾਦ ਨਾਦ, ਇਹਦੇ ਵਿੱਚ ਇੰਨਾ ਨਾਦ ਹੈਗਾ, ਇੰਨੇ ਅਲੱਗ-ਅਲੱਗ ਜੀਵ ਹੈਗੇ। ਵਿਸਮਾਦ ਨਾਦ, ਵਿਸਮਾਦ ਵੇਦ, ਇੰਨਾ ਗਿਆਨ ਹੈਗਾ ਇਹਦੇ ਵਿੱਚ। ਗਿਆਨ ਦੇਖ ਕੇ ਹੀ ਵਿਸਮਾਦ ਹੋ ਜਾਈਦਾ ਹੈ। ਇਸ ਪ੍ਰਕਿਰਤੀ ਦਾ ਗਿਆਨ ਦੇਖ ਕੇ ਹੀ ਵਿਸਮਾਦ ਹੋ ਜਾਈਦਾ। ਵਿਸਮਾਦ ਜੀ, ਵਿਸਮਾਦ ਭੇਦ, ਕਿੰਨੇ ਕੁ ਜੀ ਹੈਗੇ ਆ ਵਿਸਮਾਦ ਕਹਿੰਦੇ ਆ। ਔਰ ਵਿਸਮਾਦ ਭੇਦ, ਔਰ ਜੀਆਂ ਦੇ ਭੇਦ ਕਿੰਨੇ ਕੁ ਹੈਗੇ। ਵਿਸਮਾਦ ਰੂਪ, ਵਿਸਮਾਦ ਰੰਗ, ਕਿੰਨੇ ਰੂਪ ਹੈਗੇ ਦੁਨੀਆ ਦੇ ਵਿੱਚ, ਕਿੰਨੇ ਕੁ ਰੰਗ ਹੈਗੇ ਦੁਨੀਆ ਦੇ। ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨਾਂਗੇ ਫਿਰੈ ਜੰਤ, ਔਰ ਜੰਤ ਜਿਹੜੇ ਹੈਗੇ ਨੰਗੇ ਹੀ ਫਿਰ ਰਹੇ। ਕਿੰਨੇ ਜੰਤ ਹੈਗੇ ਨੰਗੇ ਹੀ ਫਿਰ ਰਹੇ ਭਾਈ। ਬਾਹਰੀ ਜੇ ਦੇਖੀਏ ਤੇ ਕਿੰਨੇ ਜੀਵ ਹੈਗੇ ਜਿਹੜੇ ਵਿਚਾਰੇ, ਉਹਨਾਂ ਨੂੰ ਕੋਈ ਕੱਪੜਾ ਥੋੜ੍ਹੀ ਨਾ ਆਪਣੇ ਵਾਂਗੂ ਕੱਪੜੇ ਲੈਂਦੇ ਆ, ਕੁਛ ਜਿਹੜੇ ਹੈਗੇ ਰਜਾਈ ਜਾਂ ਤੁਲਾਈ ਕੁਛ। ਵਿਸਮਾਦ ਨਾਂਗੇ ਫਿਰੈ ਜੰਤ, ਦੇਖੋ ਇਹ ਵੀ ਮਾਲਕ ਪਰਮਾਤਮਾ ਦੀ ਖੇਡ ਆ। ਇੰਨੀ ਸਰਦੀ ਤੋਂ, ਇੰਨੀ ਗਰਮੀ ਚੋਂ, ਇੰਨੀ ਬਰਸਾਤ ਚੋਂ ਕਿਸ ਤਰ੍ਹਾਂ ਉਹਨਾਂ ਦੀ ਰਕਸ਼ਾ ਕਰਦਾ। ਵਿਸਮਾਦ ਪੌਣ, ਵਿਸਮਾਦ ਪਾਣੀ, ਮਾਲਕ ਦੀ ਜਿਹੜੀ ਹੈਗੀ ਪੌਣ ਹੈਗੀ ਆ, ਇਹ ਪਾਣੀ ਹੈਗਾ, ਇਹ ਵੀ ਵਿਸਮਾਦ ਆ ਭਾਈ। ਦੇਖ ਲਓ ਕਿਸ ਤਰ੍ਹਾਂ ਮਾਲਕ ਨੇ ਪੌਣ ਜਿਹੜੀ ਹੈਗੀ ਪੂਰੀ, ਜਿਹੜੀ ਹਰ ਜਗ੍ਹਾ 'ਤੇ ਅਵੇਲੇਬਲ ਹੈਗੀ ਆ।
ਔਰ ਪਾਣੀ ਦੇਖ ਲਓ ਕਿਸ ਤਰ੍ਹਾਂ ਸਮੁੰਦਰ ਤੋਂ ਜਿਹੜਾ ਹੈਗਾ ਚੱਲ ਕੇ ਜਿਹੜਾ ਕਿਸ ਤਰੀਕੇ ਦੇ ਨਾਲ ਸਾਰੇ ਜੀਵਾਂ ਦੀ ਪਿਆਸ ਸਾਰੀ ਧਰਤੀ ਦੇ ਵਿੱਚ ਸਾਰਾ ਅੰਨ ਪਾਣੀ ਉਗਾ ਕੇ ਵਾਪਸ ਸਮੁੰਦਰ ਦੇ ਵਿੱਚ ਚਲੇ ਜਾਂਦਾ। ਵਿਸਮਾਦ ਪਾਉਣ ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡਾਂ ਵਿਡਾਣੀ। ਔਰ ਅਗਨੀ ਦੇਖ ਲਓ ਕਿਵੇਂ ਅੱਗ ਹੈਗੀ ਆ, ਅੱਗ ਖੇਡਾਂ ਕਰ ਰਹੀ ਹੈ। ਕਿੰਨੇ ਰੂਪ ਦੇ ਵਿੱਚ ਅੱਗ ਹੈਗੀ ਆ ਦੇਖੋ। ਇੱਕ ਜਿਹੜੀ ਹੈਗੀ ਦੇਖ ਲਓ ਸੋਲਾਰ ਐਨਰਜੀ ਹੈਗੀ ਆ, ਇੱਕ ਜਿਹੜੀ ਹੈਗੀ ਆ ਗਰਭ ਅਗਨੀ ਹੈਗੀ ਆ। ਕੋਈ ਪਾਣੀ ਦੇ ਵਿੱਚ ਵੀ ਅੱਗ ਹੁੰਦੀ ਆ, ਜਿਹੜੀ ਜੰਗਲ ਦਾ ਹਵਾ ਅਗਨ ਜੰਗਲ ਦੇ ਵਿੱਚ ਵੀ ਅੱਗ ਹੁੰਦੀ ਆ। ਕਈ ਜਿਹੜੀ ਹੈਗੀ ਕੈਮੀਕਲ ਐਨਰਜੀ ਵੀ ਹੁੰਦੀ ਹੈ। ਵਿਸਮਾਦ ਅਗਨੀ ਖੇਡੇं ਵਿਡਾਣੀ, बहुत ही विडान आश्चर्यचकित है भाई ये भी। विस्माद धरती विस्माद खानी, और विस्माद या धरती ਜਿਹੜੀ ਆ ਦੇਖ ਲਓ ਲਗਾਤਾਰ ਜਿਹੜੀ ਹੈ ਜਦ ਦੀ ਮਾਲਕ ਨੇ ਬਣਾਈ ਆ ਉਦੋਂ ਦੀ ਜਿਹੜੀ ਧਰਤੀ ਜਿਹੜੀ ਹੈਗੀ ਦੇਈ ਜਾ ਰਹੀ। ਔਰ ਵਿਸਮਾਦ ਖਾਣੀ, ਔਰ ਮਾਲਕ ਦੀਆਂ ਜਿਹੜੀਆਂ ਪੈਦਾ ਕਰਨ ਦੀਆਂ ਜਿਹੜੀਆਂ ਹੈਗੀਆਂ ਇਹ ਵੀ ਖਾਣੀਆਂ ਜਿਹੜੀਆਂ ਹੈਗੀਆਂ ਅੰਡਰ ਜੇਰਸ ਸੇਤਜ ਉਤਪੁਜ, ਇਹ ਵਿਸਮਾਦ ਆ। ਕਿਸ ਤਰੀਕੇ ਦੇ ਨਾਲ ਜਿਹੜਾ ਪਸੀਨੇ ਦੇ ਵਿੱਚੋਂ ਜਿਹੜਾ ਪਸੀਨਾ ਕਹਿ ਲਓ, ਹੁਸੜ ਕਹਿ ਲਓ, ਜਿਹੜੀ ਨਵੀਂ ਕਹਿ ਲਓ ਅਤੇ ਥੋੜ੍ਹੀ ਗਰਮੀ ਕਹਿ ਲਓ, ਉਹਦੇ ਵਿੱਚੋਂ ਹੀ ਜਿਹੜੇ ਜਿਹਨਾਂ ਆਪਣੇ ਆਪ ਹੀ ਪੈਦਾ ਹੋ ਜਾਂਦੇ ਜੀਵ। ਔਰ ਜਿਹੜੀ ਹੈਗੀ ਧਰਤੀ ਦੇ ਉੱਤੇ ਦੇਖ ਲਓ ਕਿਸ ਤਰੀਕੇ ਦੇ ਨਾਲ ਜਿਹੜੀ ਹੈ ਵੈਜੀਟੇਸ਼ਨ ਪੈਦਾ ਹੋ ਜਾਂਦੀ ਹੈ। ਵਿਸਮਾਦ ਸਾਧ ਲਗੇ ਪ੍ਰਾਣੀ, ਔਰ ਇੰਨੇ ਇਨਸਾਨ ਹੈਗੇ ਔਰ ਇੰਨੇ ਸਵਾਦ ਹੈਗੇ ਉਹਨਾਂ ਦੇ, ਜਿਨ੍ਹਾਂ ਦੇ ਵਿੱਚ ਜਿਹੜਾ ਹੈਗਾ ਇਨਸਾਨ ਜਿਹੜਾ ਹੈਗਾ ਸਵਾਦਾਂ ਦੇ ਵਿੱਚ ਹੀ ਗੁੰਮ ਹੋ ਜਾਂਦਾ। ਵਿਸਮਾਦ ਸੰਜੋਗ ਵਿਸਮਾਦ ਵਿਜੋਗ, ਵਿਸਮਾਦ ਆ ਜਿਹੜਾ ਹੈਰਾਨੀ ਹੈਗੀ, ਸੰਜੋਗ ਹੋ ਜਾਂਦੇ ਆ ਮਾਲਕ ਦੇ ਜਿਹੜੇ ਹੈਗੇ ਇਕੱਠੇ ਹੋ ਜਾਂਦੇ ਆ, ਔਰ ਵਿਸਮਾਦ ਹੀ ਵਿਜੋਗ ਹੋ ਜਾਂਦਾ ਹੈ। ਔਰ ਸੰਜੋਗ ਜਿਹੜਾ ਹੈਗਾ ਸਰੀਰ ਮਿਲਿਆ ਆਪਾਂ ਨੂੰ, ਚਾਂਸ ਮਿਲ ਗਿਆ, ਫਿਰ ਜਿਹੜਾ ਹੈਗਾ ਇਹ ਚਾਂਸ ਚਲਾ ਗਿਆ। ਇਹ ਰਚਨਾ ਜਿਹੜੀ ਹੈਗੀ ਇਹ ਸਾਰੀ ਪ੍ਰਕਿਰਤੀ ਸਾਰਾ ਸਿਸਟਮ ਜਿਹੜਾ ਹੈਗਾ ਮਹਾਰਾਜ ਕਹਿੰਦੇ ਬੜਾ ਹੈਰਾਨੀਜਨਕ ਹੈ ਮਾਲਕ ਪਰਮਾਤਮਾ ਦਾ। ਵਿਸਮਾਦ ਭੁੱਖ ਵਿਸਮਾਦ ਭੋਗ ਕਮਾ ਲਿਆ, ਕਹਿੰਦੇ ਕੋਈ ਜਿਹੜੇ ਹੈਗੇ ਵਿਚਾਰੇ ਭੁੱਖੇ ਰਹਿ ਰਹੇ ਆ, ਭੁੱਖੇ ਆ ਉਹਨਾਂ ਨੂੰ ਸਫੀਸ਼ੀਐਂਟ ਨਹੀਂ ਮਿਲ ਰਿਹਾ ਕਿਤੇ ਜਿਹੜੇ ਹੈਗੇ ਪੂਰੇ ਦੇ ਪੂਰੇ ਲੋਕੀ ਜਿਹੜੇ ਹੈਗੇ ਪੂਰੇ ਰੱਜ ਰਹੇ, ਪੂਰੇ ਭੋਗ ਵਿਲਾਸ ਕਰ ਰਹੇ ਪੂਰੇ ਦੇ ਪੂਰੇ। ਕਿਤੇ ਭੁੱਖ ਹੈਗੀ ਤੇ ਕਿਤੇ ਭੋਗ ਹੈਗੇ। ਵਿਸਮਾਦ ਸਿਫਤ ਵਿਸਮਾਦ ਸਲਾਹ, ਕਿਤੇ ਸਿਫਤ ਸਲਾਹ ਵੀ ਮਿਲ ਜਾਂਦੀ ਹੈ ਭਾਈ, ਆ ਵੀ ਹੈਗਾ ਪ੍ਰੋਵੀਜ਼ਨ ਨਿਕਲਣ ਦਾ ਵੀ ਰਸਤਾ ਹੈਗਾ। ਵਿਸਮਾਦ ਸਿਫਤ ਵਿਸਮਾਦ ਸਲਾਹ, ਵਿਸਮਾਦ ਉੱਜੜ ਵਿਸਮਾਦ ਰਾਹ, ਦੇਖ ਲਓ ਭਾਈ ਔਜੜੇ ਵੀ ਹੈਗਾ ਇਹਦੇ ਭੂਲ ਭੁਲਈਆ ਦੇ ਵਿੱਚ। ਇਹ ਵੀ ਕਹਿੰਦੇ ਮਾਲਕ ਕਹਿੰਦੇ ਵਿਸਮਾਦ ਆ ਭਾਈ, ਵਿਸਮਾਦ ਆ ਤੇਰਾ ਰਸਤਾ ਨਾਮ ਵਾਲਾ। ਵਿਸਮਾਦ ਨੇੜਾ ਵਿਸਮਾਦ ਦੂਰ, ਔਰ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਸਾਰਿਆਂ ਦੇ ਨੇੜੇ ਹੈਗਾ ਔਰ ਸਾਰਿਆਂ ਤੋਂ ਦੂਰ ਹੈ। ਨੇੜੇ ਹੁੰਦੇ ਹੋਏ ਵੀ ਜਿਹੜਾ ਹੈਗਾ ਮਾਲਕ ਪਰਮਾਤਮਾ ਜਿਹੜਾ ਹੈਗਾ ਨਹੀਂ ਦਿਸਦਾ। ਵਿਸਮਾਦ ਨੇੜੇ ਵਿਸਮਾਦ ਦੂਰ, ਔਰ ਕਈਆਂ ਦੇ ਨੇੜੇ ਹੈਗਾ ਭਾਈ, ਬਿਲਕੁਲ ਪ੍ਰਗਟ ਹੋ ਜਾਂਦਾ ਹੈ। ਵਿਸਮਾਦ ਦੇਖੇ ਹਾਜ਼ਰਾ ਹਜ਼ੂਰ, ਔਰ ਉਹ ਮਾਲਕ ਪਰਮਾਤਮਾ ਤਾਂ ਸਾਰੀ ਖੇਡ ਨੂੰ ਜਿਹੜਾ ਹੈਗਾ ਪੂਰੀ ਤਰ੍ਹਾਂ ਜਿਹੜਾ ਹੈਗਾ ਦੇਖ ਰਿਹਾ ਹੈ। ਵੇਖ ਵਿਡਾਣ ਰਿਹਾ ਵਿਸਮਾਦ, ਕਹਿੰਦੇ ਮਹਾਰਾਜ ਕਹਿੰਦੇ ਮੈਂ ਤਾਂ ਇਹ ਤੇਰੀ ਰਚਨਾ ਤੇਰੀ ਸ੍ਰਿਸ਼ਟੀ ਤੇਰੀ ਕੁਦਰਤ ਤੇਰੀ ਜਿਹੜੀ ਹੈਗੀ ਆ ਪ੍ਰਕਿਰਤੀ ਦੇਖ ਕੇ ਮੈਂ ਤਾਂ ਹੈਰਾਨ ਆ। ਵੇਖ ਵਿਡਾਣ ਰਿਹਾ ਵਿਸਮਾਦ, ਨਾਨਕ ਬੁੱਝਣ ਪੂਰੇ ਭਾਗ, ਜਿਹੜੇ ਬੁੱਝ ਜਾਂਦੇ ਇਸ ਗੱਲ ਨੂੰ ਉਹਨਾਂ ਦੇ ਭਾਗ ਪੂਰੇ ਆ ਭਾਈ, ਪੂਰੇ ਭਾਗ ਆ ਜਿਹੜੇ ਇਸ ਗੱਲ ਨੂੰ ਬੁੱਝ ਜਾਣ ਕਿ ਆਹ ਮਾਲਕ ਦੀ ਖੇਡ ਹੈਗੀ, ਇਸ ਤਰ੍ਹਾਂ ਮਾਲਕ ਨੇ ਰਚਨਾ ਕੀਤੀ ਹੋਈ ਹੈ, ਇਸ ਤਰ੍ਹਾਂ ਜਿਹੜੀ ਹੈਗੀ ਪ੍ਰਕਿਰਤੀ ਚੱਲ ਰਹੀ ਹੈ। ਨਾਨਕ ਬੁੱਝਣ ਪੂਰੇ ਭਾਗ। ਮਹਲਾ ਪਹਿਲਾ। ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਾਉ ਸੁਖ ਸਾਰ, ਇਹ ਉਹ ਮਾਲਕ ਪਰਮਾਤਮਾ ਦੀ ਕੁਦਰਤ ਕਹਿ ਰਹੇ ਆ ਉਹਨੂੰ। ਜੇ ਪ੍ਰਕਿਰਤੀ ਜਿਹੜੀ ਹੈਗੀ ਆ ਜੋ ਕੁਛ ਦਿਸ ਰਿਹਾ ਆ ਮਾਲਕ ਪਰਮਾਤਮਾ ਦੀ ਕੁਦਰਤ ਹੈਗੀ। ਉਸ ਮਾਲਕ ਪਰਮਾਤਮਾ ਦੀ ਜਿਹੜੀ ਹੈਗੀ ਇਹ ਕੁਦਰਤ ਜਿਹੜਾ ਹੈਗਾ ਉਹਦੀ
ਪ੍ਰਕਿਰਤੀ ਕਹਿ ਲਓ, ਮਾਲਕ ਪਰਮਾਤਮਾ ਦੀ ਜਿਹੜੀ ਹੈਗੀ ਜੋ ਦਿਸ ਰਿਹਾ ਹੈ ਆਪਾਂ ਨੂੰ, ਇਹ ਸਾਰੀ ਦੀ ਸਾਰੀ ਇਹ ਮਾਲਕ ਹੀ ਹੈਗਾ ਇਹਦੇ ਵਿੱਚ ਵੀ। ਦੂਈ ਕੁਦਰਤ ਸਾਜੀਏ ਕਰ ਆਸਣ ਡਿੱਠੋ ਚਾਓ। ਕੁਦਰਤ ਦਾ ਮਤਲਬ ਆ ਉਹਦੀ ਜਿਹੜੀ ਹੈਗੀ ਉਹਦੀ ਬਣਾਈ ਹੋਈ, ਮਾਲਕ ਪਰਮਾਤਮਾ ਦੀ ਕ੍ਰੀਏਸ਼ਨ। ਕੁਦਰਤ ਦਿਸੈ ਕੁਦਰਤ ਸੁਣੀਏ, ਕੁਦਰਤ ਪਾਓ ਸੁਖਸਾਰ। ਉਸੇ ਮਾਲਕ ਪਰਮਾਤਮਾ ਦੀ ਕੁਦਰਤ ਹੈਗੀ ਸਾਰੀ ਦੀ ਸਾਰੀ। ਕੁਦਰਤ ਪਾਓ ਸੁਖ ਸਾਰ। ਇਹ ਜੋ ਦਿਸ ਰਿਹਾ ਆ, ਜੋ ਸੁਣ ਰਿਹਾ ਆ, ਇਹ ਸਾਰੀ ਦੀ ਸਾਰੀ ਉਸੇ ਮਾਲਕ ਪਰਮਾਤਮਾ ਦੀ ਖੇਡ ਹੈਗੀ ਆ। ਇਹ ਉਸੇ ਦਾ ਜਿਹੜਾ ਹੈਗਾ ਇਹਦਾ ਰੂਲ ਕੰਟਰੋਲਰ ਉਹੀ ਮਾਲਕ ਪਰਮਾਤਮਾ ਹੈਗਾ। ਕੁਦਰਤ ਪਾਓ ਸੁਖ ਸਾਰ। ਜੇ ਉਸ ਮਾਲਕ ਪਰਮਾਤਮਾ ਦੇ ਭਾਉ ਦੇ ਵਿੱਚ ਰਵਾਂਗੇ ਆਪਾਂ ਤੇ ਸੁੱਖਾਂ ਦਾ ਸਾਰ ਆਹੀ ਹੈਗਾ ਭਾਈ। ਕੁਦਰਤ ਦਿਸੈ ਕੁਦਰਤ ਸੁਣੀਏ ਕੁਦਰਤ ਪਾਓ ਸੁਖ ਸਾਰ। ਕੁਦਰਤ ਪਾਤਾਲੀ ਆਕਾਸ਼ੀ ਕੁਦਰਤ ਸਰਬ ਆਕਾਰ। ਕੁਦਰਤ ਜਿਹੜੀ ਹੈਗੀ ਆ ਉਸ ਮਾਲਕ ਦੀ ਜਿਹੜੀ ਹੈ ਪਤਾਲ ਦੇ ਵਿੱਚ, ਆਕਾਸ਼ ਦੇ ਵਿੱਚ ਜਿਹੜਾ ਹੈਗਾ ਹਰ ਜਗ੍ਹਾ 'ਤੇ ਜਿਹੜੀ ਹੈਗੀ ਜਿੰਨਾ ਵੀ ਆਕਾਰ, ਜਿੰਨੀ ਵੀ ਰਚਨਾ ਹੈਗੀ ਸਾਰੀ ਦੀ ਸਾਰੀ ਉਸ ਮਾਲਕ ਦੀ ਕੁਦਰਤ ਹੈਗੀ, ਉਸ ਮਾਲਕ ਦੀ ਕ੍ਰੀਏਸ਼ਨ ਹੈਗੀ। ਕੁਦਰਤ ਵੇਦ ਪੁਰਾਣ ਕਿਤਾਬਾਂ, ਕੁਦਰਤ ਸਰਬ ਵਿਚਾਰ। ਸਾਰੇ ਜਿਹੜਾ ਜਿੰਨਾ ਵੀ ਗਿਆਨ ਹੈਗਾ ਇਹ ਵੇਦਾਂ ਦੇ ਵਿੱਚ, ਪੁਰਾਣਾਂ ਦੇ ਵਿੱਚ, ਇਹ ਕਿਤਾਬਾਂ ਜਿਹੜੇ ਹੈਗੇ, ਇਹ ਮੁਸਲਮਾਨੀ ਜਿਹੜੇ ਹੈਗੇ ਗ੍ਰੰਥ, ਸਾਰੇ ਜਿਹੜੇ ਹੈਗੇ ਜੋ ਕੁਛ ਵੀ ਹੈ ਗਿਆਨ ਜਿਹੜਾ ਹੈਗਾ ਉਸ ਮਾਲਕ ਪਰਮਾਤਮਾ ਦੀ ਕੁਦਰਤ ਹੈਗੀ ਭਾਈ। ਸਾਰੇ ਵਿਚਾਰ ਉਹ ਮਾਲਕ ਪਰਮਾਤਮਾ ਦੀ ਕੁਦਰਤ ਆ। ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ। ਔਰ ਜੋ ਵੀ ਜਿਹੜਾ ਹੈਗਾ ਜਿੰਨਾ ਕੁ ਮਹਾਰਾਜ ਨੇ, ਮਾਲਕ ਪਰਮਾਤਮਾ ਨੇ ਜਿਹੜਾ ਹੈਗਾ ਇਹ ਦੁਨੀਆ ਦੇ ਵਿੱਚ ਪਦਾਰਥ ਰੱਖੇ ਹੋਏ ਆ, ਇਹ ਸਾਰੇ ਦੇ ਸਾਰੇ ਜਿਹੜੇ ਹੈਗੇ ਆ ਉਸ ਮਾਲਕ ਪਰਮਾਤਮਾ ਦੀ ਜਿਹੜੀ ਹੈਗੀ ਕੁਦਰਤ ਹੈਗੀ ਆ। ਉਸ ਦੀ ਕੁਦਰਤ ਖਾਣਾ ਕਿੰਨੇ ਦੇਖ ਲਓ ਇਹਦੇ ਵਿੱਚ ਖਾਣੇ ਕਿੰਨੇ ਹੈਗੇ, ਕਿੰਨੇ ਪੀਣ ਦੇ ਹੈਗੇ, ਕਿੰਨੇ ਜਿਹੜੇ ਹੈਗੇ ਆ ਆਪਸ ਦੇ ਵਿੱਚ ਕਿੰਨਾ ਪਿਆਰ ਹੈ। ਕੋਈ ਕਿਸੇ ਨੂੰ ਪਿਆਰ ਕਰ ਰਿਹਾ, ਕੋਈ ਕਿਸੇ ਚੀਜ਼ ਨੂੰ ਪਿਆਰ ਕਰ ਰਿਹਾ। ਇਹ ਸਾਰੀ ਦੀ ਸਾਰੀ ਜਿਹੜੀ ਹੈਗੀ ਉਸ ਮਾਲਕ ਪਰਮਾਤਮਾ ਦੀ ਉਸ ਦੀ ਕਲਾ ਕਹਿ ਲਓ, ਮਾਲਕ ਦੀ ਕਲਾ ਹੈਗੀ ਸਾਰੀ ਦੀ ਸਾਰੀ। ਉਸ ਕਲਾਕਾਰ ਦੀ ਸਾਰੀ ਦੀ ਸਾਰੀ ਖੇਡ ਹੈਗੀ, ਕਲਾ ਹੈਗੀ ਇਹ ਮਾਲਕ ਪਰਮਾਤਮਾ ਦੀ। ਖਾ ਰਹੇ ਪੀ ਰਹੇ ਆ ਦੁਨੀਆ ਦੇ ਵਿੱਚ ਜਿਹੜੇ ਹੈਗੇ, ਕੋਈ ਕਿਸੇ ਨਾਲ ਅਟੈਚ ਹੋ ਰਹੇ ਆ ਸਾਰੇ ਦੇ ਸਾਰੇ। ਇਨਸਾਨ ਦੇ ਅੰਦਰ ਜਿਹੜਾ ਹੈਗਾ ਇਹ ਪਿਆਰ ਦੀ ਖੇਡ ਪਾਈ ਹੈ, ਮਾਲਕ ਨੇ ਪਾਈ ਹੈ। ਪਿਆਰ ਦੀ ਜਿਹੜੀ ਹੈਗੀ ਇਹ ਪਿਆਰ ਵਾਲੀ ਜਿਹੜੀ ਹੈਗੀ ਜਿਹੜੀ ਇਨਸਾਨ ਦੇ ਅੰਦਰ ਜਿਹੜੀ ਇੱਛਾ ਹੈ ਇਹ ਉਸ ਕੁਦਰਤ ਦੀ ਹੈ, ਮਾਲਕ ਪਰਮਾਤਮਾ ਦੀ ਜਿਹੜੀ ਹੈਗੀ ਉਹਦੀ ਲੀਲਾ ਵੀ ਕਹਿ ਸਕਦੇ ਹਾਂ, ਉਹਦੀ ਲੀਲਾ ਹੈਗੀ। ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ। ਕਿੰਨੀਆਂ ਦੇਖ ਲਓ ਜਾਤਾਂ ਹੈਗੀਆਂ, ਕਿੰਨੇ ਜਿਹੜੇ ਹੈਗੇ ਜਿਨਸਾਂ ਕਹਿੰਦੇ ਆ, ਅਲੱਗ ਅਲੱਗ ਜਿਹੜੇ ਹੈਗੇ ਕੈਟੇਗਰੀਆਂ ਹੈਗੀਆਂ, ਅਲੱਗ ਅਲੱਗ ਟਾਈਪ ਦੇ ਜਿਹੜੇ ਹੈਗੇ ਜੀਵ ਹੈਗੇ ਆ। ਕੁਦਰਤ ਜਾਤੀ ਜਿਨਸੀ ਰੰਗ, ਕਿੰਨੇ ਰੰਗ ਬਿਰੰਗੇ ਰੰਗਾਂ ਦੇ ਵਿੱਚ ਜਿਹੜੀ ਹੈ ਸਾਰੀ ਮਾਲਕ ਪਰਮਾਤਮਾ ਦੀ ਕੁਦਰਤ ਹੈਗੀ। ਕੁਦਰਤ ਜੀ ਕਿੰਨੇ ਕੁ ਜੀ ਹੈਗੇ ਆ ਇਹ ਜਹਾਨ ਦੇ ਵਿੱਚ, ਇਸ ਸੰਸਾਰ ਦੇ ਵਿੱਚ ਜਗਤ ਦੇ ਜੀ ਕਿੰਨੇ ਕੁ ਹੈਗੇ ਆ। ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ। ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ। ਕਿਤੇ ਨੇਕੀ ਹੋ ਰਹੀ ਹੈ ਭਾਈ, ਤੇਰੀ ਖੇਡ ਆ, ਉਹਦੇ ਵਿੱਚ ਨੇਕੀ ਵੀ ਹੈਗੀ, ਬਦੀ ਵੀ ਹੈਗੀ, ਦੋਨਾਂ ਨੂੰ ਪੂਰੀ ਦੀ ਪੂਰੀ ਵੈਟੇਜ ਦਿੱਤੀ ਹੋਈ ਹੈ, ਦੋਨਾਂ ਨੂੰ ਇਕੁਅਲ। ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ। ਔਰ ਕਿਤੇ ਜਿਹੜਾ ਹੈਗਾ ਮਾਨ ਹੈਗਾ ਤੇ ਕਿਤੇ ਅਭਿਮਾਨ ਹੈਗਾ। ਹੁਣ ਇਹ ਮਾਨ ਅਭਿਮਾਨ ਦਾ ਕੀ ਮਤਲਬ ਹੈਗਾ? ਮਾਨ ਦਾ ਮਤਲਬ ਹੈ ਵੀ ਕਿਸੇ ਨੂੰ ਜਿਹੜਾ ਹੈਗਾ ਆਪਾਂ ਜੀ ਆਇਆਂ ਕਹਿ ਰਹੇ ਹਾਂ, ਕਿਸੇ ਨੂੰ ਆਪਾਂ ਆਕੜ ਦਿਖਾ ਰਹੇ ਹਾਂ। ਕਿਤੇ ਜਿਹੜੇ ਹੈਗੇ ਇਨਸਾਨ ਜਿਹੜਾ ਹੈਗਾ ਹਉਮੈ ਦੇ ਵਿੱਚ ਹੈਗਾ ਤੇ ਕਿਤੇ ਜਿਹੜਾ ਹੈਗਾ ਕਿਸੇ ਨੂੰ ਜਿਹੜਾ ਹੈਗਾ ਜੀ ਆਇਆਂ ਕਹਿ ਰਿਹਾ। ਇਹ ਵੀ ਖੇਡ ਦੇ ਵਿੱਚ ਇਹ ਮਾਲਕ ਪਰਮਾਤਮਾ ਦੀ ਕੁਦਰਤ ਹੈਗੀ ਆ। ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ। ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ। ਇਹ ਸਾਰੀ ਦੀ ਸਾਰੀ ਜਿਹੜੀ ਹੈਗੀ ਦੇਖ ਲਓ, ਹਵਾ ਪਾਣੀ ਅੱਗ ਤੇ ਧਰਤੀ ਮਿੱਟੀ, ਇਹ ਸਾਰੀ ਦੀ ਸਾਰੀ ਜਿਹੜੀ ਹੈਗੀ ਉਸ ਮਾਲਕ ਪਰਮਾਤਮਾ ਦੀ ਕੁਦਰਤ ਹੈਗੀ। ਉਹਦਾ ਰਚਨਾ ਹੈਗੀ, ਉਹਦਾ ਤਮਾਸ਼ਾ ਹੈਗਾ, ਉਹਦੀ ਸ਼ਕਤੀ ਹੈਗੀ ਆ। ਸਭ ਤੇਰੀ ਕੁਦਰਤ
ਤੂੰ ਕਾਦਰ ਕਰਤਾ ਪਾਕੀ ਨਾ ਹੀ ਪਾਕ। ਦੇਖ ਲਓ, ਕਹਿੰਦੇ ਸਾਰੀ ਦੀ ਸਾਰੀ ਤੇਰੀ ਕੁਦਰਤ ਹੈ ਮਾਲਕਾ, ਤੇਰੀ ਸ਼ਕਤੀ ਹੈ ਸਾਰੀ ਦੀ ਸਾਰੀ। ਤੂੰ ਕਾਦਰ ਆ, ਤੂੰ ਮਾਲਕ ਹੈਗਾ ਆ। ਕਾਦਰ ਕਹਿੰਦੇ ਮਾਲਕ ਨੂੰ, ਕੁਦਰਤ ਦਾ ਮਾਲਕ ਤੂੰ ਹੈਗਾ ਆ। ਇਹ ਸਾਰੀ ਕੁਦਰਤ ਨੂੰ ਬਣਾਉਣ ਵਾਲਾ ਤੂੰ ਹੈਗਾ, ਕਰਤਾ ਤੂੰ ਹੈਗਾ ਆ। ਸਭ ਤੇਰੀ ਕੁਦਰਤ, ਤੂੰ ਕਾਦਰ ਕਰਤਾ ਬਾਕੀ ਨਾ ਹੀ ਪਾਕ। ਤੂੰ ਆਪ ਜਿਹੜਾ ਹੈਗਾ ਇਹ ਮਹਿਲ ਬਣਾਉਣ ਵਾਲਾ ਤੂੰ ਆਪ ਹੈਗਾ ਆ। ਇਹ ਸਾਰੀ ਦੀ ਸਾਰੀ ਜਿਹੜੀ ਹੈਗੀ ਮਾਇਆ ਔਰ ਜਿਹੜੀ ਹੈਗੀ ਇਹਨੂੰ ਆਪਾਂ ਕਹਿੰਦੇ ਹਾਂ ਜਿਹੜੇ ਅਵਗੁਣ, ਜਿਹੜੀ ਕਾਲਕ ਜਿਹੜੀ ਹੈਗੀ, ਇਹ ਸਾਰੀ ਦੀ ਸਾਰੀ ਬਣਾਉਣ ਵਾਲਾ ਤੂੰ ਹੈਗਾ। ਪਰ ਤੂੰ ਆਪ ਪਵਿੱਤਰ ਹੈਗਾ ਹੈ ਔਰ ਤੇਰਾ ਨਾਮ ਵੀ ਪਵਿੱਤਰ ਕਰਨ ਵਾਲਾ ਹੈ। ਪਾਕੀ ਨਾ ਹੀ ਪਾਕ, ਨਾਮ ਦੇ ਦੁਆਰਾ ਪਵਿੱਤਰ ਹੋ ਸਕਦੇ ਹਾਂ ਆਪਾਂ। ਨਾਨਕ ਹੁਕਮੇ ਅੰਦਰ ਵੇਖੈ ਵਰਤੇ ਤਾਕੋ ਤਾਕ। ਔਰ ਹੁਕਮ ਦੇ ਵਿੱਚ ਹੀ ਸਾਰੀ ਖੇਡ ਨੂੰ ਮਾਲਕ ਪਰਮਾਤਮਾ ਦੇਖ ਵੀ ਰਿਹਾ ਆ ਔਰ ਉਹਦੇ ਵਿੱਚ ਵਰਤ ਵੀ ਰਿਹਾ ਹੈਗਾ। ਹੁਕਮੇ ਅੰਦਰ ਵੇਖੈ, ਉਸ ਮਾਲਕ ਪਰਮਾਤਮਾ ਨੂੰ ਉਹਦਾ ਹੁਕਮ ਚੱਲ ਰਿਹਾ ਹੈ। ਹੁਕਮੇ ਅੰਦਰ ਵੇਖਿਆ ਦਾ ਮਤਲਬ ਹੈ ਵੀ ਸਾਰਾ ਪੂਰਾ ਕੰਟਰੋਲ ਮਾਲਕ ਦੇ ਕੋਲ ਹੈਗਾ, ਸਾਰਾ ਦਾ ਸਾਰਾ ਚਾਰਜ, ਸਾਰੇ ਦਾ ਸਾਰਾ ਜਿਹੜਾ ਹੈਗਾ। ਕੋਈ ਵੀ ਚੀਜ਼ ਆਊਟ ਆਫ ਜਿਹੜੀ ਹੈਗੀ ਆ ਉਹ ਮਾਲਕ ਦੇ ਉਹਦੇ ਤੋਂ ਉਲਟ ਨਹੀਂ ਜਾ ਸਕਦੀ। ਕੋਈ ਚੀਜ਼ ਉਹਦੇ ਕੰਟਰੋਲ ਦੇ ਅੰਦਰ ਹੈਗੀ ਸਾਰੀ ਚੀਜ਼। ਨਾਨਕ ਹੁਕਮੇ ਅੰਦਰ ਵੇਖੈ ਵਰਤੈ ਤਾਕੋ ਤਾਕ। ਔਰ ਤਾਕੋ ਤਾਕ ਮਤਲਬ ਕੱਲਮ ਕੱਲਾ ਮਾਲਕ ਪਰਮਾਤਮਾ ਵਰਤ ਰਿਹਾ ਭਾਈ। ਇੱਕ ਸੈਕਿੰਡ ਜੀ। ਤਾਕੋ ਤਾਕ ਮਤਲਬ ਵੀ ਤੱਕ ਰਿਹਾ। ਹਾਂ, ਪੂਰਾ ਉਹੀ ਮਾਲਕ ਪਰਮਾਤਮਾ ਜਿਹੜਾ ਹੈਗਾ, ਕੋਈ ਹੋਰ ਨਹੀਂ ਹੈਗਾ ਇਹਦਾ। ਇਹਨੂੰ ਜਿਹੜਾ ਹੈਗਾ ਇਹਨੂੰ ਜਿਹੜਾ ਹੈਗਾ ਕੰਟਰੋਲਰ ਕੋਈ ਹੋਰ ਨਹੀਂ ਹੈਗਾ, ਉਹਦਾ ਹੀ ਚੱਲ ਰਿਹਾ ਕੰਟਰੋਲ। ਔਰ ਪੂਰਾ ਹਾਂ ਉਹਦੀ ਨਿਗਾਹ ਦੇ ਹੇਠ ਹੈ ਸਾਰਾ ਕੁਛ। ਨਾਨਕ ਹੁਕਮੇ ਅੰਦਰ ਵਰਤੈ, ਉਹਦਾ ਹੁਕਮ ਵਰਤਿਆ ਅੰਦਰ ਇਸ ਦੇ ਰਚਨਾ ਦੇ ਅੰਦਰ। ਔਰ ਵਰਤੈ ਤਾਕੋ ਤਾਕ, ਔਰ ਕੱਲਮ ਕੱਲਾ ਹੈਗਾ ਭਾਈ। ਹੁਣ ਆ ਜਿਹੜੀ ਹੈ ਸਾਰਾ ਮਾਲਕ ਮਹਾਰਾਜ ਨੇ, ਦੇਖੋ ਆਪਾਂ ਨੇ ਕੁਦਰਤ ਦੇ ਬਾਰੇ ਪੂਰਾ ਗਿਆਨ ਦਿੱਤਾ। ਸਾਰੀ ਦੁਨੀਆ ਦੇ ਵਿੱਚ ਕੀ ਹੋ ਰਿਹਾ ਆ, ਕਿਸ ਤਰ੍ਹਾਂ ਹੈ ਨੈਗੇਟਿਵ ਪੋਜ਼ੀਟਿਵਿਟੀ, ਕਿੰਨੇ ਕੁ ਜੀ ਹੈਗੇ, ਕਿਸ ਤਰ੍ਹਾਂ ਹੈ ਸਾਰੀ ਰਚਨਾ ਕਰਕੇ। ਹੁਣ ਜਿਹੜਾ ਹੈਗਾ ਆਖਰੀ ਹੁਣ ਪੌੜੀ ਲਗਾਈ ਆ। ਇੱਕ ਪੌੜੀ ਖੋਲ੍ਹਣ ਵਾਸਤੇ ਸੀਗਾ ਸਾਰਾ ਦਾ ਸਾਰਾ। ਹੁਣ ਪੌੜੀ ਕਿਵੇਂ ਖੁੱਲ੍ਹਦੀ ਹੈ ਦੇਖੀਏ ਆਪਾਂ। ਪੌੜੀ ਆਪ ਹੀ ਨੇ ਭੋਗ ਕੇ ਹੋਏ ਭਸਮੜ ਭੌਰ ਸਿਧਾਇਆ। ਲਓ ਹੋ ਗਿਆ ਜੀ, ਭੇਜਿਆ ਸੀਗਾ ਅਤੇ ਭੋਗ ਕੇ ਜਿਸ ਤਰ੍ਹਾਂ ਦੇ ਆਪ ਹੀ ਨੇ ਭੋਗ ਕੇ ਜੋ ਮਾਲਕ ਪਰਮਾਤਮਾ ਨੇ ਜਿਸ ਤਰ੍ਹਾਂ ਦਾ ਬਣਾਏ ਸੀਗੇ, ਜੋ ਵੀ ਇਨਸਾਨ ਨੇ ਜਿਹੜਾ ਹੈਗਾ ਹੁਣ ਇਸ ਦੇ ਜੋ ਖੇਡ ਬਣਾਈ ਆ ਉਹਦੇ ਵਿੱਚ ਜਿਸ ਤਰ੍ਹਾਂ ਵੀ ਹੈਗਾ ਉਹ ਜਿਹੜਾ ਹੈਗਾ ਆਪਣਾ ਸਮਾਂ ਜਿਹੜਾ ਹੈਗਾ ਜਿੱਥੇ ਲਾਇਆ ਹੈ ਉਹਨੇ ਉਹ ਚੀਜ਼ ਨੂੰ ਉਹ ਕਰਕੇ ਇਨਸਾਨ ਤੁਰ ਪੈਂਦਾ ਹੈ। ਪਰ ਇਨਸਾਨ ਜਿਹੜਾ ਹੈਗਾ ਉਹ ਹੈ ਕੌਣ? ਉਹ ਇਨਸਾਨ ਦੇ ਅੰਦਰ ਉਹ ਮਾਲਕ ਪਰਮਾਤਮਾ ਹੀ ਹੈਗਾ। ਆਪ ਹੀ ਨੇ ਭੋਗ ਕੇ ਹੋਏ ਭਸਮੜ ਭੌਰ ਸਿਧਾਇਆ। ਇਹ ਖਾਲੀ ਖੇਡ ਹੈ ਆਪਾਂ ਨੂੰ ਜਿਹੜੀ ਹੈਗੀ ਆ, ਪਰ ਇਹਦੇ ਅੰਦਰ ਇਨਵਾਲਵ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਹੀ ਹੈਗਾ, ਜੀਵਾਂ ਦੇ ਰੂਪ ਦੇ ਵਿੱਚ ਵੀ। ਅਤੇ ਜੀਵ ਜਿਹੜਾ ਹੈਗਾ ਆਪ ਹੀ ਨੇ ਆਪ ਭੋਗ ਕੇ ਸਰੀਰ ਖਤਮ ਵੱਖ ਹੋ ਗਿਆ। ਸਰੀਰ ਉਹਦੇ ਤੋਂ ਜਿਹੜਾ ਹੈਗਾ ਉਹਦੀ ਆਤਮਾ ਜਿਹੜੀ ਹੈਗੀ ਜੀਵ ਅਲੱਗ ਹੋ ਗਿਆ। ਅਤੇ ਭੌਰ ਕਹਿੰਦੇ ਆ ਉਹਨੂੰ। ਭੌਰ ਜਿਹੜਾ ਹੈਗਾ ਹੁਣ ਜਿਹੜਾ ਹੈਗਾ ਸਰੀਰ ਤਾਂ ਇੱਥੇ ਹੀ ਰਹਿ ਗਿਆ, ਹੁਣ ਭੌਰ ਦਾ ਕੀ ਬਣਨਾ ਹੈ ਉਹਦੇ ਬਾਰੇ ਜਾਣਕਾਰੀ ਦੇ ਰਹੇ ਭਾਈ। ਆਪ ਹੀ ਨੇ ਭੋਗ ਕੇ ਹੋਏ ਭਸਮੜ। ਸਰੀਰ ਤਾਂ ਭਸਮੜ ਹੋ ਗਿਆ, ਭੌਰ ਸਿਧਾਇਆ, ਭੌਰ ਤੁਰ ਪਿਆ ਭਾਈ। ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ। ਦੁਨੀਦਾਰ ਜਿਹੜਾ ਕਹਿੰਦੇ ਦੁਨੀਆ ਦੇ ਵਿੱਚ ਜਿਹੜਾ ਸੀਗਾ ਇਨਸਾਨ ਭੇਜਿਆ ਸੀ, ਦੁਨੀਦਾਰ ਜਿਹੜਾ ਹੈਗਾ ਇਹ ਆਪਣੇ ਆਪ ਨੂੰ ਸਮਝਦਾ ਸੀ ਕਿ ਮੈਂ ਜਿਹੜਾ ਹੈਗਾ ਬਸ ਇੱਥੇ ਹੀ ਰਹਿਣ ਵਾਲਾ ਹਾਂ। ਦੁਨੀਆਦਾਰ ਜਿਹੜਾ ਹੈਗਾ ਕਾਰੋਬਾਰੀ ਜਿਹੜਾ ਹੈਗਾ ਕਹਿੰਦੇ ਹੁਣ ਵੱਡਾ ਹੋ ਗਿਆ ਭਾਈ, ਹੁਣ ਉਹਦਾ ਸਮਾਂ ਖਤਮ ਹੋ ਗਿਆ। ਗਲ ਸੰਗਲ ਘੱਤ ਚਲਾਇਆ, ਸੰਗਲ ਪਾ ਕੇ ਗਲ ਦੇ ਵਿੱਚ ਕਹਿੰਦੇ ਆ ਘੱਤ ਕਹਿੰਦੇ ਖਿੱਚ ਕੇ ਲੈ ਗਏ, ਚਲਾ ਲਿਆ ਅੱਗੇ। ਹੁਣ ਕੀ ਹੋਣਾ ਹੈ ਉਹਦਾ ਅੱਗੇ? ਕਰਨੀ ਕੀਰਤ ਵਾਚੀਏ ਬਹਿ ਲੇਖਾ ਕਰ ਸਮਝਾਇਆ।
ਬਈ ਕੀ ਕੁਛ ਕੀਤਾ ਹੈ, ਕੀ ਕੀਰਤੀ ਕੀਤੀ ਹੈ। ਜਿਹੜੇ ਕੰਮ ਭੇਜਿਆ ਸੀ ਉਹ ਕੰਮ ਕੀਤਾ ਹੈ, ਪਰਮਾਤਮਾ ਦੀ ਕੀਰਤੀ ਕੀਤੀ ਆ। ਜਿਹੜਾ ਨਿਕਲਣ ਦਾ ਰਸਤਾ ਸੀਗਾ ਉਹ ਕੀਤਾ ਆ। ਅੱਗੇ ਕਰਨੀ ਕੀਰਤ ਵਾਚੀ, ਉਹੀ ਵਾਚੀ ਜਾਂਦੀ ਹੈ। ਭਾਈ ਤੂੰ ਆਹ ਭਗਤੀ ਕੀਤੀ ਹੈ, ਠੀਕ ਹੈ ਭਾਈ। ਜੇ ਨਹੀਂ ਇਹਦਾ ਪੂਰਾ ਹੋਇਆ ਤਾਂ ਫਿਰ ਦੁਬਾਰਾ ਮਨੁੱਖ ਜੂਨ ਮਿਲ ਜਾਏਗੀ। ਜੇ ਕੀਰਤ ਕੀਤੀ ਹੋਈ ਹੈ ਇਨਸਾਨ ਨੇ ਤੇ ਇਹ ਵਾਚੀ ਜਾਂਦੀ ਆ ਭਾਈ। ਬਹਿ ਲੇਖਾ ਕਰ ਸਮਝਾਇਆ, ਬਿਠਾ ਕੇ ਲੇਖਾ ਸਮਝਾਇਆ ਜਾਂਦਾ ਉਹਨੂੰ। ਭਾਈ ਦੇਖ ਤੇਰਾ ਹੈ, ਤੂੰ ਕੀਤਾ ਹੈ ਬਿਲਕੁਲ। ਉਹਨਾਂ ਦੇ ਕੋਲ ਤਾਂ ਪੂਰਾ ਦਾ ਪੂਰਾ ਉਹ ਜਿਹੜੀ ਹੈ ਉਹ ਡਿਸਕ ਤਾਂ ਆਪਣੇ ਅੰਦਰ ਹੀ ਲੱਗੀ ਹੋਈ ਆ ਨਾ, ਉਹ ਅੰਦਰ ਹੀ ਫਿੱਟ ਹੈਗੀ ਸਾਰੀ ਦੀ ਸਾਰੀ। ਕਿਉਂਕਿ ਜਨਮਾਂ ਦਾ ਜਿਹੜਾ ਹੈਗਾ ਮਨ ਨੂੰ ਕਾਲਕ ਲੱਗੀ ਰਹਿੰਦੀ ਆ, ਅਤੇ ਫਿਰ ਉਹੀ ਤਾਂ ਮਨ ਉੱਥੇ ਜਾਂਦਾ ਹੈ ਭਾਈ। ਉਹੀ ਡਿਸਕ ਉੱਥੇ ਉਹਨਾਂ ਦੇ ਜਾਂਦੀ ਹੈ, ਉਹੀ ਜਿਹੜੀ ਹਾਰਡ ਡਰਾਈਵ ਜਾਂਦੀ ਹੈ। ਅੱਗੇ ਕਰਨੀ ਕੀਰਤ ਵਾਚੀਏ, ਕਿਉਂਕਿ ਵਿਟਨੈਸ ਤਾਂ ਆਪਣੀ ਆਤਮਾ ਤਾਂ ਵਿਟਨੈਸ ਹੈਗੀ ਉਹਦੀ। ਅੱਗੇ ਕਰਨੀ ਕੀਰਤ ਵਾਚੀਏ, ਬਹਿ ਲੇਖਾ ਕਰ ਸਮਝਾਇਆ, ਥਾਂ ਨਾ ਹੋਈ ਪਾਉਂਦੀ, ਹੁਣ ਸੁਣੀਏ ਕਿਆ ਰਵਾਇਆ। ਹੁਣ ਜਿਹੜੇ ਹੈਗੇ ਨਹੀਂ ਪਾਈ, ਜਿਨ੍ਹਾਂ ਨੇ ਵੇਸਟ ਕਰ ਦਿੱਤੀ ਵਾਰੀ ਜਿਹੜੀ ਹੈਗੀ ਆ, ਜਿਨ੍ਹਾਂ ਨੇ ਜਿਹੜਾ ਹੈ ਦੁਨੀਆ ਦੇ ਵਿੱਚ ਅਵਗੁਣ ਕੀਤੇ ਹੈਗੇ, ਅਤੇ ਫਿਰ ਕਹਿੰਦੇ ਪਾਉਂਦੀ ਕਹਿੰਦੇ ਆ ਜੁੱਤੀ। ਕਹਿੰਦੇ ਹੁਣ ਕਿੱਥੇ ਪੈਂਦੀਆਂ ਹੈ ਪਾਏ, ਉਹਦਾ ਨਹੀਂ ਹੁਣ ਨਹੀਂ ਬਚ ਸਕਦਾ ਪਾਏ। ਹੁਣ ਉਹਦੇ ਰੋਣ ਦੇ ਨਾਲ ਕੁਛ ਨਹੀਂ ਹੋਣਾ। ਥਾਂ ਨਾ ਹੋਈ ਪਾਉਂਦੀ, ਹੁਣ ਸੁਣੀਏ ਕਿਆ ਰਵਾਇਆ। ਇੰਨਾ ਜਿਹੜਾ ਹੈਗਾ ਉਹਨੂੰ ਫਿਰ ਜਿਹੜਾ ਹੈਗਾ ਮਾਰ ਪੈਂਦੀ ਕਹਿ ਲਓ। ਥਾਂ ਨਾ ਹੋਈ ਪਾਉਂਦੀ, ਹੁਣ ਸੁਣੀਏ ਕਿਆ ਰਵਾਇਆ। ਹੁਣ ਪੁਕਾਰ ਕਰਨ ਦੇ ਨਾਲ ਕਹਿੰਦੇ ਹੁਣ ਕੁਛ ਨਹੀਂ ਹੋਣਾ ਪਾਈ। ਮਨੇ ਅੰਧਾ ਹੈ ਜਨਮ ਗਵਾਇਆ, ਹੇ ਮੇਰੇ ਮਨਾ ਅੰਨੇ ਮਨਾ, ਤੂੰ ਜਿਹੜਾ ਹੈਗਾ ਹਨੇਰੇ ਦੇ ਵਿੱਚ ਹੀ ਰਹਿ ਕੇ ਜਿਹੜਾ ਹੈਗਾ ਇਹ ਮਨੁੱਖੀ ਜੂਨ ਪਾਈ ਸੀਗੀ, ਉਹਨੂੰ ਜਿਹੜੀ ਹੈਗੀ ਗਵਾ ਦਿੱਤੀ। ਬਾਕੀ ਜਿਹੜੀ ਜੂਨਾਂ ਹੈਗੀਆਂ ਉਹ ਵਿਚਾਰੀਆਂ ਤਾਂ ਉਹ ਤਾਂ ਕਠੋਰ ਹੀ ਆ। ਉਹ ਤਾਂ ਕਾਰਨ ਸੀ ਜੋ ਉਹਨਾਂ ਨੇ ਮਨੁੱਖੀ ਜੂਨ ਗਵਾਈ ਹੈਗੀ, ਜੂਨਾਂ 'ਚ ਗਏ ਆ। ਹੁਣ ਦੁਬਾਰਾ ਜੂਨ ਪਾਉਣੀ ਆ, ਅਤੇ ਇਸ ਕਰਕੇ ਉਹਨਾਂ ਦੀ ਤਾਂ ਸਜ਼ਾ ਹੈਗੀ। ਜਿਵੇਂ ਜੇਲ੍ਹ 'ਚ ਹੈਗੇ ਜਾਂ ਕੋਈ ਪਨਿਸ਼ਮੈਂਟ ਮਿਲ ਗਿਆ, ਉਹ ਪੂਰਾ ਕਰ ਲਿਆ ਅਤੇ ਉਹਨਾਂ ਦੀ ਸਜ਼ਾ ਕੱਟ ਜਾਏਗੀ ਭਾਈ। ਉਹਨਾਂ ਨੇ ਤਾਂ ਬਸ ਬਾਹਰ ਹੋ ਜਾਣਾ ਫਿਰ ਜਿਹੜਾ ਹੈਗਾ ਆਪਣੀ ਸਜ਼ਾ ਕਰਕੇ। ਪਰ ਜਿਹੜਾ ਹੁਣ ਜਾ ਰਿਹਾ ਆ, ਉਹਦੇ ਵਾਸਤੇ ਕਹਿ ਰਹੇ ਭਾਈ ਤੂੰ ਆਪਣੀ ਮਰਜ਼ੀ ਕੀਤੀ ਹੈ, ਅਤੇ ਮਰਜ਼ੀ ਦੇ ਨਾਲ ਹੀ ਜਿਹੜਾ ਹੈਗਾ ਇਹ ਤੂੰ ਜਿਹੜਾ ਹੈਗਾ ਇਹ ਮਨੁੱਖਾ ਜੂਨ ਜਿਹੜੀ ਤੈਨੂੰ ਮਿਲੀ ਸੀਗੀ ਉਹ ਤੂੰ ਵੇਸਟ ਕਰ ਦਿੱਤੀ। ਮਨੇ ਅੰਧਾ ਜਨਮ ਗਵਾਇਆ। ਦੇਖ ਲਓ, ਮਨੇ ਅੰਧਾ ਮਨ ਜਿਹੜਾ ਹੈਗਾ ਮਨ ਹੈਗਾ ਮੇਨ ਚੀਜ਼, ਜਿਹੜਾ ਹੈ ਕੰਟਰੋਲਰ ਮਨ ਹੈਗਾ। ਮਨ ਨੇ ਜਿਹੜਾ ਹੈਗਾ ਹਨੇਰੇ ਦੇ ਵਿੱਚ ਹੀ, ਸਵਾਦਾਂ ਦੇ ਵਿੱਚ ਹੀ ਜਨਮ ਜਿਹੜਾ ਹੈਗਾ ਗਵਾ ਲਿਆ। ਇਸ ਤਰ੍ਹਾਂ ਹੈਗਾ ਭਾਈ। ਅਗਲੀ ਪੌੜੀ ਜਿਹੜੀ ਹੈਗੀ ਉਹਦੇ ਸ਼ਲੋਕ ਮਹਲਾ ਪਹਿਲਾ। ਪੈ ਵਿੱਚ ਪਾਵਣ ਵਹਿ ਸਦ ਵਾਓ। ਇਹ ਹਵਾ ਜਿਹੜੀ ਹੈਗੀ ਆ, ਇਹ ਹੁਣ ਮਹਾਰਾਜ ਜਿਹੜੇ ਆ ਮਾਲਕ ਪਰਮਾਤਮਾ ਦੀ ਪ੍ਰਕਿਰਤੀ ਦੱਸ ਰਹੇ ਭਾਈ। ਦੇਖ ਲਾ ਬਈ ਜਿਹੜੀ ਹਵਾ ਹੈਗੀ ਹਮੇਸ਼ਾ ਉਸ ਮਾਲਕ ਪਰਮਾਤਮਾ ਦੇ ਹੁਕਮ ਦੇ ਵਿੱਚ, ਭੈ ਦੇ ਵਿੱਚ ਮਤਲਬ ਹੁਕਮ ਦੇ ਵਿੱਚ ਜਿਹੜੀ ਹੈਗੀ ਆ, ਉਹਨੂੰ ਜੋ ਡਿਊਟੀ ਲੱਗੀ ਆ ਆਪਣੀ ਡਿਊਟੀ ਨਿਭਾ ਰਹੀ ਹੈ। ਭੈ ਵਿੱਚ ਪਾਉਣ ਵਹਿ ਸਦ ਵਾਓ ਮਤਲਬ ਹਮੇਸ਼ਾ ਹੀ ਜਿਹੜਾ ਹੈਗਾ ਉਹ ਆਪਣੀ ਕੁਤਾਹੀ ਨਹੀਂ ਕਰਦੀ ਡਿਊਟੀ ਨਿਭਾਉਣ ਦੇ ਵਿੱਚ। ਪੈ ਵਿੱਚ ਪਾਉਣ ਵਹਿ ਸਦ ਵਾਓ, ਪੈ ਵਿੱਚ ਚੱਲਣੇ ਲੱਖ ਦਰਿਆਓ। ਔਰ ਲੱਖਾਂ ਹੀ ਦਰਿਆ ਜਿਹੜੇ ਹੈਗੇ ਉਸ ਮਾਲਕ ਪਰਮਾਤਮਾ ਦੇ ਹੁਕਮ ਦੇ ਵਿੱਚ ਚੱਲ ਰਹੇ ਆ। ਪੈ ਵਿੱਚ ਅਗਨ ਕੱਢੇ ਵੇਗਾਰ। ਔਰ ਅਗਨੀ ਜਿਹੜੀ ਹੈਗੀ ਆ ਇਹ ਵੀ ਜਿਹੜਾ ਹੈਗਾ ਵੇਗਾਰ ਦਾ ਮਤਲਬ ਹੁੰਦਾ ਹੈ ਬਈ ਜਿੱਥੇ ਲਾਇਆ ਹੈ ਮਾਲਕ ਨੇ ਉਹ ਕੰਮ ਕਰੀ ਜਾ ਰਹੀ ਹੈ। ਉਹਨੂੰ ਕੀ ਮਿਲ ਰਿਹਾ ਅਗਨੀ ਨੂੰ? ਪੈ ਵਿੱਚ ਅਗਨ ਕੱਢੇ ਵੇਗਾਰ, ਪੈ ਵਿੱਚ ਧਰਤੀ ਦੱਬੀ ਭਾਰ। ਔਰ ਧਰਤੀ ਦੇਖ ਲਓ ਕਿੰਨਾ ਭਾਰ ਆ, ਪਹਾੜ ਹੈਗੇ ਆ, ਪਾਣੀ ਹੈਗਾ, ਔਰ ਇੰਨੇ ਜੀਵ ਹੈਗੇ ਆ, ਇੰਨੀ ਜਿਹੜੀ ਵੈਜੀਟੇਸ਼ਨ ਹੈਗੀ ਆ। ਪੈ ਵਿੱਚ ਧਰਤੀ ਦੱਬੀ ਭਾਰ, ਪੈ ਵਿੱਚ ਇੰਦ ਫਿਰੈ ਸਿਰ ਭਾਰ। ਔਰ ਭੈ ਦੇ ਵਿੱਚ ਜਿਹੜਾ ਹੈਗਾ ਇੰਦਰ ਦੇਵਤਾ ਜਿਹੜਾ ਹੈਗਾ ਇਹ ਇੰਨਾ ਜਿਹੜਾ ਹੈਗਾ ਬੱਦਲ ਪਾਣੀ ਜਿਹੜਾ ਹੈਗਾ, ਕਿੰਨੇ ਟਨਾਂ ਪਾਣੀ ਜਿਹੜਾ ਹੈਗਾ ਲੈ ਕੇ ਜਿਹੜਾ ਹੈਗਾ ਕਿੰਨੀ ਮੀਂਹ ਪੈਂਦਾ ਹੈ ਪਤਾ ਲੱਗਦਾ ਭਾਈ। ਇਹ ਜਿਹੜੇ ਹਵਾ ਬੱਦਲਾਂ ਦੇ ਵਿੱਚ ਜਿਹੜੇ ਭਾਵ ਦੇ ਵਿੱਚ ਕਿੰਨਾ ਕੁ ਭਾਰ ਹੈਗਾ। ਪੈ ਵਿੱਚ ਇੰਦ ਫਿਰੈ ਸਿਰ ਭਾਰ, ਪੈ ਵਿੱਚ ਰਾਜਾ ਧਰਮ ਦੁਆਰ। ਉਹ ਰਾਜਾ ਧਰਮਰਾਜ ਜਿਹੜਾ ਹੈਗਾ ਉਹ ਵੀ ਜਿਹੜਾ ਹੈਗਾ
ਮਾਲਕ ਦੇ ਹੁਕਮ ਦੇ ਵਿੱਚ ਹੀ ਜਿਹੜਾ ਹੈਗਾ ਸਾਰਿਆਂ ਦੀ ਜਿਹੜੀ ਹੈਗੀ ਉਹ ਲੇਖਾ ਜੋਖਾ ਨਾਮ ਹੀ ਲਿਖ ਰਿਹਾ ਸਾਰਿਆਂ ਦੇ। ਭੈ ਵਿੱਚ ਰਾਜਾ ਧਰਮ ਦੁਆਰ, ਮਾਲਕ ਦੇ ਹੁਕਮ ਦੇ ਵਿੱਚ ਹੀ ਸਾਰੀ ਇਹ ਖੇਡ ਚੱਲ ਰਹੀ ਹੈ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਔਰ ਸੂਰਜ ਜਿਹੜਾ ਪ੍ਰਕਾਸ਼ ਦੇਣ ਵਾਸਤੇ ਜਿਹੜਾ ਹੈਗਾ ਉਹਦੇ ਮਾਲਕ ਦੇ ਭੈ ਦੇ ਵਿੱਚ ਹੀ ਬਿਲਕੁਲ ਸਿਸਟੇਮੈਟਿਕ ਜਿਹੜਾ ਹੈਗਾ ਚੱਲ ਰਿਹਾ ਹੈ। ਚੰਦਰਮਾ ਵੀ ਇਸ ਤਰ੍ਹਾਂ ਹੀ ਹੈਗਾ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾਂਤ। ਕਿੰਨਾ ਕੁ ਜਿਹੜਾ ਹੈਗਾ ਦੇਖ ਲਓ, ਕਿੰਨਾ ਕੁ ਸਮਾਂ ਗੁਜ਼ਰ ਗਿਆ ਪਾਏ। ਇਹ ਚੰਦਰਮਾ ਅਤੇ ਸੂਰਜ ਜਿਹੜੇ ਹੈਗੇ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਹੀ ਪ੍ਰਕਾਸ਼ ਦਿੰਦਿਆਂ ਨੂੰ ਅੰਤ ਹੀ ਨਹੀਂ ਹੈ। ਕਹਿੰਦੇ ਇੰਨੇ ਕਰੋੜ ਇੰਨਾ ਸਮਾਂ ਹੋ ਗਿਆ, ਇੰਨੇ ਕੋਹ ਚੱਲ ਪਏ। ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਦੇ ਵਿੱਚ ਹੀ ਜਿਹੜੇ ਹੈਗੇ ਉਹ ਮਾਲਕ ਪਰਮਾਤਮਾ ਦੇ ਭੈ ਦੇ ਵਿੱਚ ਹੀ ਸਿੱਧ ਲੋਕੀ ਹੁੰਦੇ ਆ, ਬੁੱਧ ਜਿਹੜੇ ਹੁੰਦੇ ਆ ਗੌਤਮ ਬੁੱਧ ਵਰਗੇ, ਅਤੇ ਸੁਰ ਕਹਿੰਦੇ ਦੇਵਤੇ, ਨਾਥ ਕਹਿੰਦੇ ਨਾਥ ਹੁੰਦੇ ਆ ਇਹ ਜਿਹੜੇ ਹੈਗੇ ਗੋਰਖਨਾਥ ਵਗੈਰਾ, ਮਛੰਦਰਨਾਥ ਜਿਹੜੇ ਸਿੱਧਾਂ ਦੇ ਨਾਥ। ਭੈ ਵਿੱਚ ਆ ਡਾਣੇ ਆਕਾਸ਼, ਔਰ ਮਾਲਕ ਦੇ ਭੈ ਦੇ ਵਿੱਚ ਹੀ ਜਿਹੜੇ ਉਹਦੇ ਹੁਕਮ ਦੇ ਵਿੱਚ ਹੀ ਜਿਹੜਾ ਹੈਗਾ ਇਹ ਆਕਾਸ਼ ਜਿਹੜਾ ਹੈ ਕਿਸ ਤਰੀਕੇ ਦੇ ਨਾਲ ਦੇਖੋ ਪੂਰਾ ਦਾ ਪੂਰਾ, ਜਿਸ ਤਰ੍ਹਾਂ ਕਿਸੇ ਨੇ ਛਤਰੀ ਜਿਹੜੀ ਤਾਣ ਕੇ ਰੱਖੀ ਹੋਏ ਇਸ ਤਰੀਕੇ ਦੇ ਨਾਲ ਤਣਿਆ ਹੋਇਆ ਹੈ। ਭੈ ਵਿੱਚ ਜੋਧ ਮਹਾ ਬਲਸੂਰ, ਔਰ ਭੈ ਦੇ ਵਿੱਚ ਜਿਹੜੇ ਹੈਗੇ ਯੋਧੇ ਜਿਹੜੇ ਹੈਗੇ ਜਿਹੜੇ ਬਲੀ ਜਿਹੜੇ ਸੂਰਬੀਰ ਜਿਹੜੇ ਸੂਰਮੇ ਸਾਰੇ ਦੇ ਸਾਰੇ ਇਹ ਮਾਲਕ ਦੇ ਹੁਕਮ ਦੇ ਵਿੱਚ ਹੀ ਹੈਗੇ ਸਾਰੇ ਦੇ ਸਾਰੇ। ਭੈ ਵਿੱਚ ਆਵੇਂ ਜਾਵੇਂ ਪੂਰ, ਇੰਨੇ ਜਿਹੜੇ ਦੁਨੀਆ ਦੇ ਵਿੱਚ ਜਿਹੜੇ ਹੈਗੇ ਜੀਵ ਆਉਂਦੇ ਆ, ਕਹਿੰਦੇ ਪੂਰ ਦੇ ਪੂਰ ਆਉਂਦੇ ਆ, ਪੂਰ ਦੇ ਪੂਰ ਜਿਹੜੇ ਹੈਗੇ ਚਲੇ ਜਾਂਦੇ, ਕਈ ਪੂਰ ਦੇ ਪੂਰ ਆ ਰਹੇ, ਪੂਰ ਦੇ ਪੂਰ ਜਾ ਰਹੇ। ਸਗਲਿਆਂ ਪਾਓ ਲਿਖਿਆ ਸਿਰਲੇਖ, ਸਗਲਿਆਂ ਪਾਓ ਸਾਰੇ ਜੀਵ ਜਿੰਨੇ ਵੀ ਹੈਗੇ ਆ ਕਹਿੰਦੇ ਉਹਨਾਂ ਦੇ ਸੰਸਕਾਰਾਂ ਦਾ ਲੇਖ ਜਿਹੜਾ ਹੈਗਾ ਉਹਨਾਂ ਦੇ ਮੱਥੇ 'ਤੇ ਹੈਗਾ। ਸਾਰੇ ਸੰਸਕਾਰ ਜਿਹੜੇ ਹੈਗੇ ਉਹਨਾਂ ਦੇ ਲੇਖ ਲਿਖਿਆ ਹੋਇਆ ਹਰੇਕ ਜੀਵ ਦਾ, ਪਿਛਲੀ ਲਿਖਤ ਹੈਗੀ ਆ। ਸਗਲਿਆਂ ਪਾਓ ਇਹ ਮਾਲਕ ਦੇ ਹੁਕਮ ਦੇ ਵਿੱਚ ਹੈਗਾ ਪਾਏ। ਲਿਖਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ ਸੱਚ ਏਕ, ਨਿਰਭਉ ਜਿਹੜਾ ਹੈਗਾ ਸਿਰਫ ਇੱਕ ਉਹ ਮਾਲਕ ਪਰਮਾਤਮਾ ਹੈਗਾ ਪਾਏ, ਜਿਹੜਾ ਇਸ ਭੈ 'ਚੋਂ ਨਹੀਂ, ਇਸ ਭੈ ਦੇ ਵਿੱਚ ਨਹੀਂ ਹੈਗਾ, ਇਸ ਲੇਖ ਦੇ ਵਿੱਚ ਲਿਖਤ ਦੇ ਵਿੱਚ ਨਹੀਂ ਹੈਗਾ। ਇਸ ਸਗਲਿਆਂ ਭਾਉ ਲਿਖਿਆ ਸਿਰਲੇਖ, ਇਸ ਡਰ ਦੇ ਵਿੱਚ, ਇਸ ਜਿਹੜਾ ਜਨਮ ਮਰਨ ਦੇ ਡਰ ਦੇ ਵਿੱਚ, ਇਸ ਜੂਨਾਂ ਦੇ ਵਿੱਚ ਜਾਣ ਦੇ ਡਰ ਦੇ ਵਿੱਚ ਉਹ ਮਾਲਕ ਪਰਮਾਤਮਾ ਨਹੀਂ ਹੈਗਾ। ਬਾਕੀ ਸਾਰੇ ਦੇ ਸਾਰੇ ਲਿਖਤ ਦੇ ਵਿੱਚ ਹੈਗੇ ਆ। ਸਗਲਿਆਂ ਭਾਉ ਲਿਖਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ ਸੱਚ ਏਕ, ਉਹੀ ਸੱਚ ਹੈਗਾ, ਹਮੇਸ਼ਾ ਰਹਿਣ ਵਾਲਾ ਹੈ, ਨਿਰੰਕਾਰ ਹੈਗਾ ਔਰ ਲੇਖ ਤੋਂ ਬਾਹਰ ਹੈਗਾ। ਨਿਰਭਉ ਲੇਖ ਤੋਂ ਬਾਹਰ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਔਰ ਜੇ ਨਿਰਭਉ ਆਪਾਂ ਵੀ ਲੇਖ ਤੋਂ ਬਾਹਰ ਹੋਣਾ ਹੈ ਤੇ ਭਾਈ ਫਿਰ ਜਿਹੜਾ ਹੈਗਾ ਜੋ ਮਾਲਕ ਨੇ ਪ੍ਰੋਵੀਜ਼ਨ ਕੀਤਾ ਹੈ ਉਹ ਕੰਮ ਕਰਨਾ ਪਊਗਾ। ਮਹੱਲਾ ਪਹਿਲਾ ਨਾਨਕ ਨਿਰਭਉ ਨਿਰੰਕਾਰ ਹੋਰ ਕਿਤੇ ਰਾਮ ਰਵਾਲ। ਲਓ ਦੇਖ ਲਓ ਭਾਈ, ਕਹਿੰਦੇ ਉਹ ਮਾਲਕ ਪਰਮਾਤਮਾ ਨਿਰਭਉ ਹੈਗਾ, ਉਹ ਆਕਾਰ 'ਚ ਨਹੀਂ ਹੈਗਾ, ਨਿਰੰਕਾਰ ਹੈਗਾ। ਬਾਕੀ ਜਿੰਨੇ ਵੀ ਰਾਮ ਵਰਗੇ ਹੈਗੇ ਆ, ਜਿੰਨੇ ਵੀ ਰਾਮ ਵਰਗੇ ਪੈਦਾ ਹੋਏ ਆ, ਅਵਤਾਰ ਜਿੰਨੇ ਵੀ ਹੋਏ ਆ, ਕਹਿੰਦੇ ਸਾਰੇ ਦੇ ਸਾਰੇ ਰਵਾਲ ਹੈਗੇ। ਉਹਦੇ ਮਾਲਕ ਦੇ ਸਾਹਮਣੇ ਜਿਹੜੇ ਹੈਗੇ ਸਾਰੇ ਦੇ ਸਾਰੇ ਰਵਾਲ ਹੈਗੇ। ਰਵਾਲ ਕਹਿੰਦੇ ਆ ਜਿਹੜੇ ਹੈਗੇ ਮਿੱਟੀ ਜਿਹੜੀ ਹੈਗੀ ਧੂੜ। ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ ਰਾਮ ਰਵਾਲ, ਕੇਤੇ ਹੋਰ ਕੇਤੇ ਰਾਮ ਰਵਾਲ, ਕੇਤੀਆਂ ਕੰਨ ਕਹਾਣੀਆਂ ਕੇਤੇ ਵੇਦ ਵਿਚਾਰ। ਕਹਿੰਦੇ ਇਸ ਸ੍ਰਿਸ਼ਟੀ ਦੇ ਵਿੱਚ ਕਿੰਨੇ ਕੁ ਕ੍ਰਿਸ਼ਨ ਹੋ ਗਿਆ, ਕਿੰਨੇ ਕੁ ਉਹਨਾਂ ਦੀਆਂ ਜਿਹੜੀਆਂ ਹੈਗੀਆਂ ਕਹਾਣੀਆਂ ਹੈਗੀਆਂ, ਉਹਨਾਂ ਦੀ ਜਿਹੜੀਆਂ ਹੈਗੀਆਂ ਸਾਖੀਆਂ ਕਹਿ ਲਓ, ਕਹਾਣੀਆਂ। ਕੇਤੇ ਵੇਦ ਵਿਚਾਰ, ਕਿੰਨੇ ਕੁ ਵੇਦ ਹੋ ਗਏ, ਕਿੰਨੇ ਕੁ ਉਹਨਾਂ ਦਾ ਗਿਆਨ ਹੈਗਾ। ਕੇਤੇ ਨੱਚੇ ਮੰਗਤੇ ਗਿੜ ਮੁਰ ਪੂਰੇ ਤਾਲ, ਇਸ ਦੇ ਵਿੱਚ ਕਿੰਨੇ ਕੁ ਜਿਹੜੇ ਹੈਗੇ ਆ ਦੁਨੀਆ ਦੇ ਵਿੱਚ ਜਿਹੜੇ ਹੈਗੇ ਇਨਸਾਨ ਜਿਹੜੇ ਹੈਗੇ ਨੱਚ ਰਹੇ ਆ, ਮੰਗਤੇ ਆ, ਮੰਗ ਰਹੇ ਆ। ਨੱਚੇ ਮੰਗਤੇ ਕਾਹਦੇ ਲਈ ਨੱਚ ਰਹੇ, ਮੰਗ ਆ ਉਹਨਾਂ ਦੀ ਕੋਈ ਨਾ ਕੋਈ।
ਗਿੜ ਮੁੜ ਪੂਰੇ ਤਾਲ, ਇੱਥੇ ਆ ਕੇ ਜਿਹੜੇ ਹੈਗੇ ਆ ਜਿਹੜੇ ਹੈਗੇ ਗਿੜ ਮੁੜ ਮਤਲਬ ਜਿਹੜਾ ਨਾਚ ਕਰ ਕਰਕੇ ਜਿਹੜੇ ਹੈਗੇ ਤਾਲ ਪੂਰ ਰਹੇ ਆ। ਬਾਜ਼ਾਰੀ ਬਾਜ਼ਾਰ ਮੈਂ ਆਏ ਕੜੇ ਬਾਜ਼ਾਰ, ਜਿਹੜੇ ਬਾਜ਼ਾਰੀ ਹੁੰਦੇ ਆ ਜਿਹੜੇ ਕਿ ਕਿਸੇ ਦੀ ਨਕਲ ਕਰਦੇ ਆ, ਜਿਵੇਂ ਰਾਮਲੀਲਾ ਕਰਦੇ ਆ, ਉਹ ਜਿਹੜੇ ਹੈਗੇ ਬਾਜ਼ਾਰੀ ਬਾਜ਼ਾਰ ਮੈਂ ਬਾਜ਼ਾਰਾਂ ਦੇ ਵਿੱਚ ਜਿਹੜੇ ਹੈਗੇ ਆਏ ਕੜੇ ਬਾਜ਼ਾਰ, ਉਹ ਰਾਸਾਂ ਕਰਦੇ ਆ। ਉਹ ਆ ਕੇ ਗਾਵੇਂ ਰਾਜੇ ਰਾਣੀਆਂ ਬੋਲੇ ਆਲ ਪਤਾਲ, ਇਹ ਜਿਹੜੇ ਰਾਜਿਆਂ ਦੇ ਜਿਹੜੇ ਹੈਗੇ ਆ ਉਹ ਉਹਨਾਂ ਦੇ ਰੋਲ ਕਰਦੇ ਆ, ਉਹ ਰਾਣੀਆਂ ਦੇ ਰਾਜਿਆਂ ਦੇ ਆਲ ਪਤਾਲ ਬੋਲਦੇ ਆ। ਕਹਿੰਦੇ ਜੋ ਵੀ ਜਿਹੜਾ ਹੈਗਾ ਉਹਨਾਂ ਦੇ ਪਬਲਿਕ ਨੂੰ ਖੁਸ਼ ਕਰਨ ਦੇ ਵਾਸਤੇ ਜਿਹੜੇ ਹੈਗੇ ਕਈ ਤਰੀਕਿਆਂ ਦੇ ਨਾਲ। ਬਾਜ਼ਾਰੀ ਬਾਜ਼ਾਰ ਮੈਂ ਆਏ ਕੜੇ ਬਾਜ਼ਾਰ, ਗਾਵੇਂ ਰਾਜੇ ਰਾਣੀਆਂ ਬੋਲੇ ਆਲ ਪਤਾਲ, ਲੱਖ ਟਕਿਆਂ ਕੇ ਮੁੰਦੜੇ ਲੱਖ ਟਕਿਆਂ ਕੇ ਹਾਰ। ਔਰ ਕਈ ਕਿੰਨੇ ਕੀਮਤੀ ਜਿਹੜੇ ਹੈਗੇ ਕੰਨਾਂ ਦੇ ਵਿੱਚ ਉਹ ਪਾਉਂਦੇ ਆ ਅਤੇ ਹਾਰ ਪਾਉਂਦੇ ਆ, ਰਾਜੇ ਬਣ ਜਾਂਦੇ ਆ। ਲੱਖ ਟਕਿਆਂ ਕੇ ਮੁੰਦੜੇ ਲੱਖ ਟਕਿਆਂ ਕੇ ਹਾਰ, ਜਿਤ ਤਨ ਪਾਈਏ ਨਾਨਕਾ ਸੇ ਤਨ ਹੋਵੇਂ ਛਾਰ। ਕਹਿੰਦੇ ਇਸ ਤਰੀਕੇ ਦੇ ਨਾਲ ਜਿਹੜੇ ਹੈਗੇ ਆ ਜਿਸ ਤਨ ਦੇ ਵਿੱਚ ਪਾਉਂਦੇ ਆ ਉਹ ਤਨ ਸਰੀਰ ਜਿਹੜਾ ਹੈਗਾ ਉਹ ਸਰੀਰ ਹੀ ਜਿਹੜਾ ਹੈਗਾ ਮਿੱਟੀ ਸੁਆਹ ਮਿੱਟੀ ਸਰੀਰ ਹੀ ਖਤਮ ਹੋ ਜਾਂਦਾ ਹੈ। ਇਹ ਸਾਰੀ ਦੀ ਸਾਰੀ ਜਿਹੜੀ ਹੈਗੀ ਆ ਮਹਾਰਾਜ ਜਿਹੜੇ ਪੂਰੀ ਦੀ ਪੂਰੀ ਉੱਪਰ ਦੱਸ ਰਹੇ ਆ ਕਿ ਉਸ ਮਾਲਕ ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ ਰਾਮ ਰਵਾਲ। ਉਸ ਤੋਂ ਇਲਾਵਾ ਜਿਹੜੇ ਦੁਨੀਆ ਦੇ ਵਿੱਚ ਜਿਹੜੇ ਵੀ ਆ ਰਹੇ ਆ, ਇਹ ਜਿਹੜੇ ਹੈਗੇ ਇਹ ਦੁਨੀਆ ਦੇ ਵਿੱਚ ਜਿਹੜੇ ਹੈਗੇ ਆਪਣਾ ਜਿਹੜਾ ਹੈਗਾ ਇੱਕ ਤਰੀਕੇ ਦੇ ਨਾਲ ਕਹਿੰਦੇ ਆ ਕੇ ਜਿਹੜਾ ਬਾਜ਼ਾਰੀ ਬਾਜ਼ਾਰ ਮੈਂ ਆਏ ਕੜੇ ਬਾਜ਼ਾਰ ਆ ਕੇ ਜਿਹੜਾ ਹੈਗਾ ਆਪਣਾ ਜਿਹੜਾ ਹੈਗਾ ਰੋਲ ਜਿਹੜਾ ਹੈਗਾ ਅਦਾ ਕਰਕੇ ਚਲੇ ਜਾਂਦੇ ਆ ਭਾਈ। ਇਹ ਸਾਰੇ ਦੀ ਸਾਰੇ ਜਿਹੜੇ ਹੈਗੇ ਇਸ ਤਰੀਕੇ ਦੇ ਨਾਲ ਇਹਨੂੰ ਜਿਹੜਾ ਹੈਗਾ ਆਪਾਂ ਵਿਚਾਰੀਏ। ਉਸ ਮਾਲਕ ਤੋਂ ਇਲਾਵਾ ਜਿੰਨੇ ਵੀ ਵੱਡੇ ਜਿਹੜੇ ਹੈਗੇ ਆ ਜਿਹੜੇ ਹੈਗੇ ਅਵਤਾਰ ਹੋਏ ਆ ਜਾਂ ਹੋਰ ਜਿਹੜੇ ਸਾਰੇ ਦੇ ਸਾਰੇ ਹੋਏ ਜਿਨ੍ਹਾਂ ਨੇ ਗਿਆਨ ਦਿੱਤਾ ਹੈ, ਸਾਰਾ ਦਾ ਸਾਰਾ ਕਹਿੰਦੇ ਆ ਇਹ ਮਾਲਕ ਪਰਮਾਤਮਾ ਦੀ ਜਿਹੜੀ ਹੈਗੀ ਆ ਇਹ ਸ੍ਰਿਸ਼ਟੀ ਦੇ ਵਿੱਚ ਜਿਹੜਾ ਹੈਗਾ ਇਸ ਤਰ੍ਹਾਂ ਦਾ ਇਹ ਸਾਰਾ ਦਾ ਸਾਰਾ ਪ੍ਰੋਵੀਜ਼ਨ ਹੈਗਾ ਭਾਈ। ਜਿਤ ਤਨ ਪਾਈਏ ਨਾਨਕਾ ਸੇ ਤਨ ਹੋਵੇਂ ਛਾਰ। ਅਤੇ ਅੱਗੇ ਹੁਣ ਇਸ ਤੋਂ ਬਾਅਦ ਕਹਿੰਦੇ ਆ ਗਿਆਨ ਨਾ ਗੱਲੀ ਢੂੰਡੀਏ ਕਥਨਾ ਕਰੜਾ ਸਾਰ। ਕਹਿੰਦੇ ਗਿਆਨ ਜਿਹੜਾ ਚਾਹੀਦਾ ਉਹ ਗੱਲਾਂ ਦੇ ਨਾਲ ਤਾਂ ਮਿਲਦਾ ਨਹੀਂ ਭਾਈ, ਇਸ ਤਰੀਕੇ ਦੇ ਨਾਲ ਤਾਂ ਗਿਆਨ ਲੱਭਦਾ ਨਹੀਂ ਹੈ ਜਿਸ ਤਰੀਕੇ ਦੇ ਨਾਲ ਇਹ ਲੱਗੇ ਹੋਏ ਆ ਰਾਸ ਲੀਲਾ ਪਾਉਣ ਦੇ ਨਾਲ ਜਾਂ ਹੋਰ ਜਿਹੜਾ ਹੈਗਾ ਉਹਨਾਂ ਦੀ ਜਿਹੜੀ ਹੈਗੀ ਆ ਜਿਹੜੇ ਸਵਾਂਗ ਰਚਣ ਦੇ ਨਾਲ। ਗਿਆਨ ਨਾ ਗੱਲੀ ਢੂੰਡੀਏ ਕਥਨਾ ਕਰੜਾ ਸਾਰ। ਕਹਿੰਦੇ ਗਿਆਨ ਜਿਹੜਾ ਹੈਗਾ ਗਿਆਨ ਨੂੰ ਕਥਿਆ ਨਹੀਂ ਜਾ ਸਕਦਾ। ਕਰੜਾ ਸਾਰ ਲੋਹਾ ਚੱਬਣ ਦੇ ਬਰਾਬਰ ਹੈ, ਬਹੁਤ ਔਖਾ ਹੈ ਗਿਆਨ ਨੂੰ ਦੱਸਣਾ, ਗਿਆਨ ਕਥਨਾ। ਗਿਆਨ ਨਾ ਗੱਲੀ ਢੂੰਡੀਏ ਕਥਨਾ ਕਰੜਾ ਸਾਰ, ਕਰਮ ਮਿਲੇ ਤਾਂ ਪਾਈਏ ਹੋਰ ਹਿਕਮਤ ਹੁਕਮ ਖੁਆਰ। ਕਹਿੰਦੇ ਕਰਮ ਜੇ ਮਾਲਕ ਪਰਮਾਤਮਾ ਦੀ ਮਿਹਰ ਹੋ ਜਾਏ ਅਤੇ ਇਹ ਗਿਆਨ ਮਿਲ ਜਾਂਦਾ ਹੈ ਭਾਈ। ਔਰ ਗਿਆਨ ਮਿਲ ਗਿਆ ਅਤੇ ਫਿਰ ਜਿਹੜਾ ਹੈਗਾ ਮਾਲਕ ਦੀ ਨੇੜਤਾ ਹੋ ਜਾਂਦੀ ਹੈ। ਕਰਮ ਮਿਲੇ ਤਾਂ ਪਾਈਏ ਹੋਰ ਹਿਕਮਤ ਹੁਕਮ ਖੁਆਰ। ਬਾਕੀ ਜਿਹੜੀ ਹੈਗੀ ਹਿਕਮਤ ਜਿਹੜੀ ਹੈਗੀ ਆ ਜਿਹੜੀ ਹੋਰ ਕੋਈ ਢੰਗ ਜਿਹੜੇ ਹੈਗੇ ਅਤੇ ਹੁਕਮ ਜਿਹੜੇ ਹੈਗੇ ਆ ਕਾਢਾਂ ਜਿਹੜੀਆਂ ਮਨ ਦੀਆਂ ਜਿਹੜੀਆਂ ਹੈਗੀਆਂ ਉਹ ਖੁਆਰੀ ਵਾਲੀਆਂ ਹੈ, ਖੁਆਰ ਕਰਦੀਆਂ। ਵੀਰ ਜੀ ਕਰਮ ਦਾ ਮਤਲਬ ਇੱਥੇ ਵੀ ਉਸ ਦਾ ਵੀ ਤੁਸੀਂ ਮਿਹਨਤ ਕਰੋ, ਧਿਆਨ ਸਿਮਰਨ ਕਰੋ। ਕਰਮ ਹੈ ਕਿੱਥੇ ਜੀ? ਇੱਕ ਸੈਕਿੰਡ। ਕਿਹੜੀ ਕਰਮ ਮਿਲਿਆ ਤਾਂ ਪਾਈ ਹੈ। ਇੱਕ ਸੈਕਿੰਡ ਜੀ। ਸਤਿਗੁਰੂ ਅੱਛਾ ਮੈਂ ਤਾਂ ਅੱਗੇ ਲੰਘ ਗਿਆ ਜੀ, ਇੱਕ ਸੈਕਿੰਡ। ਕਰਮ ਮਿਲੇ ਤਾਂ ਪਾਈਏ ਹੋਰ ਹਿਕਮਤ ਹੁਕਮ ਖੁਆਰ। ਕਰਮ ਮਿਲੇ ਤਾਂ ਪਾਈਏ। ਕਰਮ ਜਿਹੜਾ ਹੈਗਾ ਮਾਲਕ ਪਰਮਾਤਮਾ ਦਾ ਉਹ ਜਿਹੜਾ ਨਾਮ ਵਾਲਾ ਕਰਮ ਹੈਗਾ ਜੇ ਉਹ ਮਿਲੇ ਉਹ ਜਿਹੜਾ ਹੈਗਾ ਉਹ ਬਖਸ਼ਿਸ਼ ਹੀ ਹੈਗੀ। ਬਖਸ਼ਿਸ਼ ਦਾ ਨਾਮ ਉਹ ਬਖਸ਼ਿਸ਼ ਹੀ ਹੋਣੀ ਇਨਸਾਨ ਦੇ ਉੱਤੇ, ਜਿਹਨੇ ਪੁਕਾਰ ਕਰਨੀ ਹੈ ਅਤੇ ਉਹਨੂੰ ਉਹ ਮਿਲ ਜਾਣੀ। ਠੀਕ ਹੈ। ਕਰਮ ਮਿਲੇ ਤਾਂ ਪਾਈਏ ਹੋਰ ਹਿਕਮਤ ਹੁਕਮ ਖੁਆਰ। ਬਾਕੀ ਤਾਂ ਜਿਹੜੀ ਹੈਗੀ ਹਿਕਮਤ ਅਤੇ ਹੁਕਮ ਜਿਹੜੇ ਮਨ ਦੇ ਜਿਹੜੇ ਹੈਗੇ ਸਾਰੇ ਦੇ ਸਾਰੇ ਜਿਹੜੇ ਹੈਗੇ ਖੁਆਰੀ ਕਰਨ ਵਾਲੇ ਹੈਗੇ ਸਾਰੇ। ਬਾਕੀ
ਮਾਲਕ ਦੇ ਅੱਗੇ ਜਿਹੜੀ ਹੈਗੀ ਆ ਆਪਾਂ ਜਿਹੜੀ ਹੈਗੀ ਆ ਪੁਕਾਰ ਹੀ ਹੈਗੀ ਆ। ਪੁਕਾਰ ਕਰਨ ਦੇ ਨਾਲ ਹੀ ਜਿਹੜੀ ਹੈ ਬਖਸ਼ਿਸ਼ ਹੋਣੀ ਹੈ। ਆ ਦੇਖ ਲਓ ਅਗਲੀ ਪੌੜੀ ਖੁੱਲੀ ਗਈ, ਇਹਦੇ ਨਾਲ ਹੀ ਪਹਿਲਾ ਵਰਡ ਉਹੀ ਲਿਆ ਉਹਨਾਂ ਨੇ। ਪੌੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਦੇਖ ਲਓ ਭਾਈ, ਆ ਗਿਆਨ ਹੈਗਾ। ਇਹ ਗਿਆਨ ਦੇ ਵਾਸਤੇ ਸਾਰਾ ਕੁਝ ਸੀਗਾ। ਇਹ ਜਿਹੜੀਆਂ ਜਿਹੜੇ ਰਾਸ ਲੀਲਾ ਜਾਂ ਜਿਹੜੇ ਹੈਗੇ ਸਾਰੇ ਦੇ ਸਾਰੇ ਇਹ ਪਿੱਛੇ ਦੱਸਿਆ ਹੈ ਸਾਰਾ ਸਾਰਾ ਉਪਰਾਲਾ ਜਿਹੜਾ ਸੀਗਾ ਉਹ ਗਿਆਨ ਦੇ ਵਾਸਤੇ ਸੀਗਾ। ਗਿਆਨ ਕਹਿੰਦੇ ਮਿਲਣਾ ਹੈਗਾ ਤੇ ਮਾਲਕ ਦੀ ਨਜ਼ਰ ਦੇ ਨਾਲ ਮਿਲਣਾ ਹੈ। ਨਜ਼ਰ ਕਰੇ ਜੇ ਆਪਣੀ, ਜੇ ਤੂੰ ਮਿਹਰ ਕਰਦਾ ਹੈ ਤਾਂ ਨਦਰੀ ਸਤਿਗੁਰ ਪਾਇਆ। ਤਾਂ ਲਿਖਿਆ ਪਾਏ, ਤਾਂ ਤੇਰੀ ਮਿਹਰ ਦੇ ਨਾਲ ਜਿਹੜਾ ਹੈਗਾ ਗੁਰੂ ਮਿਲ ਜਾਂਦਾ ਹੈ, ਬ੍ਰਹਮ ਗਿਆਨ ਮਿਲ ਜਾਂਦਾ ਹੈ, ਸਤਿਗੁਰੂ ਮਿਲ ਜਾਂਦੇ ਇਸ ਤਰੀਕੇ ਦੇ ਨਾਲ। ਔਰ ਇਹਦੇ ਵਾਸਤੇ ਜਿਹੜਾ ਹੈਗਾ ਪੁਕਾਰ ਕਰਨੀ ਪਊਗੀ। ਇਹਦੇ ਵਾਸਤੇ ਨਜ਼ਰ ਕਰੇ ਜੇ ਆਪਣੀ, ਕਿਉਂਕਿ ਜੇ ਆਪਾਂ ਉਸ ਰਸਤੇ 'ਤੇ ਜਾਣਾ ਚਾਹੁੰਦੇ ਹਾਂ, ਜੇ ਆਪਣੇ ਅੰਦਰ ਜਿਹੜੀ ਇੱਛਾ ਹੈਗੀ, ਬਸ ਇੱਛਾ ਹੀ ਮਾਲਕ ਪਰਮਾਤਮਾ ਨੇ ਤਾਂ ਆ ਹੀ ਦੇਖਣਾ ਵੀ ਅੰਦਰ ਡਿਮਾਂਡ ਕੀ ਹੈਗੀ। ਕਿਉਂਕਿ ਆਪਾਂ ਆਪਣੀ ਮਰਜ਼ੀ ਦੇ ਨਾਲ ਦੁਨੀਆ ਦੇ ਵਿੱਚ ਨਹੀਂ ਆਏ। ਮਾਲਕ ਨੇ ਭੇਜਿਆ ਹੈ ਆਪਾਂ ਨੂੰ ਦੁਨੀਆ ਦੇ ਵਿੱਚ, ਔਰ ਇਹ ਖੇਡ ਕਰਨ ਵਾਸਤੇ ਭੇਜਿਆ ਹੈ। ਜੇ ਹੁਣ ਇਨਸਾਨ ਜਿਹੜਾ ਹੈਗਾ, ਜੇ ਉਹਦੇ ਅੰਦਰ ਇੱਛਾ ਹੈਗੀ ਮਾਲਕ ਵੱਲ ਨੂੰ ਜਾਣ ਦੀ, ਤੇ ਉਹਨੇ ਫਿਰ ਨਜ਼ਰ ਹੋ ਜਾਣੀ। ਕਿਉਂਕਿ ਸਾਰੇ ਗਿਆਨ ਦਾ ਸਾਰਾਂਸ਼ ਤਾਂ ਇਹੀ ਕਹਿ ਰਿਹਾ ਜੀ, ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਇਹ ਜਿਉ ਬਹੁਤੇ ਜਨਮ ਭਰਮਿਆ ਤਾਂ ਸਤਿਗੁਰੇ ਸ਼ਬਦ ਸੁਣਾਇਆ। ਦੇਖ ਲਓ, ਬਹੁਤ ਜਨਮ ਜਿਹੜਾ ਹੈਗਾ ਭਟਕਦਾ ਇਨਸਾਨ, ਭਟਕ ਕੇ ਜਦ ਜਿਹੜਾ ਹੈਗਾ ਉਹਦੇ ਅੰਦਰੋਂ ਪੁਕਾਰ ਉੱਠਦੀ ਹੈ, ਫਿਰ ਜਿਹੜਾ ਹੈਗਾ ਮਾਲਕ ਪਰਮਾਤਮਾ ਵੱਲ ਨੂੰ ਚੱਲਣ ਦੀ, ਤੇ ਫਿਰ ਸਤਿਗੁਰੂ ਜਿਹੜਾ ਹੈਗਾ ਉਹਨੂੰ ਸ਼ਬਦ ਸੁਣਾ ਦਿੰਦੇ ਆ, ਸ਼ਬਦ ਮਿਲ ਜਾਂਦਾ ਹੈ। ਇਹ ਭਗਤੀ ਪ੍ਰੇਮਾ ਭਗਤੀ ਜਿਹੜੀ ਹੈਗੀ ਆ, ਉਸ ਨਿਰਾਕਾਰ ਦੀ ਭਗਤੀ ਕਿਵੇਂ ਕਰਨੀ ਆ। ਇਹ ਜੀਓ ਸ਼ਬਦ ਕੀ ਹੈਗਾ? ਸ਼ਬਦ ਜਿਹੜਾ ਹੈਗਾ ਹੁਕਮ ਹੈਗਾ। ਸ਼ਬਦ ਜਿਹੜਾ ਹੈ ਜੋ ਮਾਲਕ ਨੇ ਜਿਹੜਾ ਨਿਕਲਣ ਦਾ ਰਸਤਾ ਹੈਗਾ। ਇਹ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰੇ ਸ਼ਬਦ ਸੁਣਾਇਆ। ਸਤਿਗੁਰ ਜੇਵੜ ਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸਭਾਇਆ। ਕਹਿੰਦੇ ਸਤਿਗੁਰ ਦੇ ਬਰਾਬਰ ਹੁਣ ਦਾਤਾ ਕੋਈ ਨਹੀਂ ਹੈਗਾ ਭਾਈ। ਸਤਿਗੁਰ ਜੇਵੜ ਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸਭਾਇਆ। ਸਾਰਿਆਂ ਨੂੰ ਮਹਾਰਾਜ ਜਿਹੜੇ ਹੈਗੇ ਦੇਖ ਲਓ, ਸਭ ਸੁਣਿਓ, ਸਾਰੇ ਸੁਣ ਲਓ ਭਾਈ। ਇਹ ਲੋਕੀ ਸਾਰੇ ਲੋਕਾਂ ਨੂੰ ਮਹਾਰਾਜ ਜਿਹੜੇ ਹੈਗੇ ਆ ਗਿਆਨ ਦੇ ਰਹੇ ਬਈ ਸਤਿਗੁਰ ਜੇਵੜ ਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸਭਾਇਆ। ਸਤਿਗੁਰ ਮਿਲਿਆ ਸੱਚ ਪਾਇਆ, ਜਿਨ ਵਿੱਚੋਂ ਆਪ ਗਵਾਇਆ। ਸੱਚ ਨੂੰ ਪਾਉਣਾ ਹੈ ਤੇ ਸਤਿਗੁਰੂ ਨੂੰ ਮਿਲਣਾ ਪਊਗਾ, ਉਹੀ ਸੱਚ ਨੂੰ ਪਾ ਸਕਦੇ ਆ। ਜਿਨੀ ਵਿੱਚੋਂ ਆਪ ਗਵਾਇਆ, ਔਰ ਕੰਡੀਸ਼ਨ ਹੈਗੀ ਵੀ ਮਿਲਾਪ ਤਾਂ ਹੋਣਾ ਹੈ ਜੇ ਅੰਦਰੋਂ ਜਿਹੜੀ ਹੈਗੀ ਆਪਣੀ ਮੈਂ ਵਾਲੀ ਕੰਧ ਚਲੇ ਜਾਏ। ਤੂੰ ਕੁਨਰੇ ਮੈਂ ਜੀ ਨਾਮਾ, ਮੈਂ ਜੀ ਉੱਥੇ ਜਿਹੜਾ ਨਾਮ ਮੈਂ ਨਹੀਂ ਹੈਗਾ ਕੁਛ ਵੀ, ਉਹ ਹੋਣਾ ਚਾਹੀਦਾ ਭਾਈ, ਜਿਹਨੇ ਵਿੱਚੋਂ ਆਪ ਗਵਾਇਆ। ਕਿਉਂਕਿ ਉੱਥੇ ਤੂੰ ਕੁਨਰੇ ਮੈਂ ਜੀ, ਇੱਥੇ ਫਿਰ ਦੋ ਡੰਡੀਆਂ ਪਾਈਆਂ, ਫਿਰ ਅੱਗੇ ਲਿਖਿਆ ਹੈ ਨਾਮਾ, ਮੈਂ ਨਹੀਂ ਹੈਗਾ ਕੁਛ ਵੀ। ਸਤਿਗੁਰ ਮਿਲਿਆ ਸੱਚ ਪਾਇਆ, ਜਿਹਨੇ ਵਿੱਚੋਂ ਆਪ ਗਵਾਇਆ। ਜਿਨ੍ਹਾਂ ਨੇ ਜਿਹੜਾ ਹੈਗਾ ਔਰ ਆਪ ਜਿਹੜਾ ਜਾਂਦਾ ਹੈ ਉਹ ਇਸੇ ਤਰੀਕੇ ਦੇ ਨਾਲ ਜਾਂਦਾ ਹੈ ਭਾਈ, ਗਿਆਨ ਦੇ ਨਾਲ, ਧਿਆਨ ਦੇ ਨਾਲ, ਧਿਆਨ ਸਿਮਰਨ ਦੇ ਨਾਲ ਇਹ ਆਪਾ ਜਿਹੜਾ ਹੈਗਾ ਚਲੇ ਜਾਂਦਾ ਹੈ। ਦੱਸਦੇ ਨਾ, ਕਹਿੰਦੇ ਕਿ ਜਿਹੜੇ ਹੈਗੇ ਆ ਬੁੱਲੇ ਸ਼ਾਹ ਜਿਹੜੇ ਹੈਗੇ ਦਰਵਾਜ਼ਾ ਖੜਖੜਾਇਆ ਤੇ ਕਹਿੰਦੇ ਤੂੰ ਕੌਣ? ਕਹਿੰਦੇ ਮੈਂ ਬੁੱਲਾ। ਤੇ ਫਿਰ ਦਰਵਾਜ਼ਾ ਨਹੀਂ ਖੁੱਲਿਆ ਪਾਏ, ਕਹਿੰਦੇ ਮੈਂ ਭੁੱਲਾ, ਤੇ ਫਿਰ ਖੁੱਲ੍ਹ ਗਿਆ। ਹਾਂ ਹੈਗਾ ਭਾਈ, ਆਪਣੇ ਆਪ ਆਪਣੀ ਹੋਂਦ ਜਿਹੜੀ ਹੈਗੀ ਆ ਇਹਨੂੰ ਹੀ ਗਵਾਉਣਾ ਹੈ ਆਪਾਂ ਨੇ। ਸਤਿਗੁਰ ਮਿਲਿਆ ਸੱਚ ਪਾਇਆ, ਜਿਹਨੇ ਵਿੱਚੋਂ ਆਪ ਗਵਾਇਆ। ਜਿਹਨੇ ਸੱਚੋ ਸੱਚ ਬੁਝਾਇਆ। ਹਾਂ, ਉਹ ਮਾਲਕ ਪਰਮਾਤਮਾ ਨੇ ਮਿਹਰ ਕਰ ਦੇਣੀ ਹੈ ਔਰ ਇਹ ਬੂਝ ਦੇ ਦੇਣੀ ਹੈ ਸੱਚ ਦੀ। ਜਿਹਨੇ ਸੱਚੋ ਸੱਚ ਬੁਝਾਇਆ, ਇਹ ਬੂਝ ਮਿਲ ਜਾਣੀ ਹੈ ਉਹਨੂੰ। ਸੱਚੋ ਸੱਚ, ਕਿਉਂਕਿ ਜਿਨੇ ਦਾ ਕੀ ਮਤਲਬ ਆ? ਇਹ ਉੱਪਰ ਦੇਖੋ
पौड़ी शुरू हो रही है, नदर करें जे अपनी ता नदरी सतगुर पाया। सतगुरु मिल गया तो सतगुरु ने की बुझाना है, जिन्हें सच्चो सच बुझाया। इन टर्न सतगुरु ने वो सच, वो मालक परमात्मा निरोल सच जिहड़ा हैगा ओदी बूझ दे देनी है। हाँ जी, 4 हो गए। भुलां चुकां दी खिमा। वाहिगुरु जी का खालसा, वाहिगुरु जी की फतेह। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਦੇਖ ਲਓ, ਇਸੇ ਦੇ ਵਾਸਤੇ ਜਿਹੜਾ ਨਾ ਇਹ ਆਸਾ ਦੀ ਵਾਰ ਜਿਹੜੀ ਹੈਗੀ ਆ, ਇਹ ਜਿਹੜੀ ਹੈਗੀ ਬਾਰ-ਬਾਰ ਜਿਹੜੀ ਆਸਾ ਦੀ ਵਾਰ ਲਾਉਂਦੇ ਆ, ਬਾਰ-ਬਾਰ ਇੰਨੀ ਕੀਮਤੀ ਹੈਗੀ ਹੈ। ਇਹਦੇ 'ਚ ਪੂਰਾ ਦਾ ਪੂਰਾ ਜਿਹੜਾ ਹੈਗਾ, ਪੂਰੀ ਦੀ ਪੂਰੀ ਜਿਹੜੀ ਹੈਗੀ ਇਹ ਜੋ ਖੇਡ ਮਾਲਕ ਨੇ ਪਾਈ ਹੋਈ ਆ, ਇਹ ਸਾਰੀ ਦੀ ਸਾਰਾ ਆਪਾਂ ਨੂੰ ਇਹਦੇ ਬਾਰੇ ਪੂਰੀ ਜਾਣਕਾਰੀ ਹੈਗੀ ਇਹਦੇ ਵਿੱਚ। ਪੂਰੀ ਰਚਨਾ ਦੇਖੋ ਇਹਨੇ 'ਚ। ਹਾਲੇ ਤਾਂ ਆਪਾਂ ਨੇ ਕਿੰਨੀਆਂ ਲਈਆਂ, 4 ਪੌੜੀਆਂ ਲਈਆਂ ਆਪਾਂ ਨੇ, 24 ਹੈਗੀਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕੋਈ ਖਾਲਸਾ ਫਤਿਹ। ਬਹੁਤ ਰਿਫਾਈਨ, ਬਹੁਤ ਡੀਪ। ਨਹੀਂ, ਕੋਈ ਨਹੀਂ। ਮਾਲਕ ਵਿੱਚ ਸੰਗਤ ਹਰ ਪ੍ਰਭ ਵਰਤਦਾ ਬੁੱਝੋ ਸ਼ਬਦ ਵਿਚਾਰ। ਮਾਲਕ ਪਰਮਾਤਮਾ ਦੀ ਮਿਹਰ ਹੈ ਜੀ। ਆਪਾਂ ਤਾਂ ਬਸ ਲੈ ਲਈਏ, ਆਪਣੇ ਫਿਲਟਰ ਸਾਰੇ ਖੋਲ ਕੇ ਪਰੇ ਕਰਕੇ ਦਾਤ ਅੰਦਰ ਵਸਾਈਏ। ਹਾਂ, ਇਹੀ ਬੇਨਤੀ, ਇਹੀ ਉਪਰਾਲਾ ਹੈ ਜੀ। ਸਿਆਣੇ ਕਹਿੰਦੇ ਹੁੰਦੇ ਨੇ ਡੀਲੇ ਨੂੰ ਕਣਕ ਦੇ ਨਾਲ ਡੀਲੇ ਨੂੰ ਵੀ ਪਾਣੀ ਲੱਗ ਜਾਂਦਾ। ਹਾਂਜੀ ਵੀਰ ਜੀ। ਵਾਹਿਗੁਰੂ ਵਾਹਿਗੁਰੂ।